ਅੱਜ ਦੇ ਇਸ ਵਿਚਾਰ ਅਧੀਨ ਪਦੇ ਦੇ ਆਰੰਭ ਵਿੱਚ ਅੱਖਰੀ ਅਰਥ ਨੇ। ਇਹਦਾ ਸਰਲੇਖ ਆਸਾ ਮਹੱਲਾ ਚੌਥਾ, ਰਾਗ ਆਸਾ ਹੈ। ਚੌਥੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ ਔਰ ਕੀਰਤਨ ਕਰਦਿਆਂ ਮੇਰੀ ਬੇਨਤੀ ਹੈ ਕਿ ਜਦੋਂ ਇਸ ਛੰਦ ਇਹ ਆਉਂਦੇ ਨੇ, ਆਸਾ ਮਹੱਲਾ ਚੌਥਾ ਆਉਂਦਾ ਹੈ, ਇਸ ਨੂੰ ਜ਼ਰੂਰ ਬੋਲਣਾ ਚਾਹੀਦਾ ਹੈ, ਕਿਉਂਕਿ ਕੀਰਤਨ ਵੀ ਜਦੋਂ ਛੱਕੇ ਪੜ੍ਹੇ ਜਾਣਗੇ, ਸੰਤਾਂ ਦੇ ਪਦੇ ਪੜ੍ਹੇ ਜਾਣਗੇ, ਤੇ ਜਿੱਥੇ ਨਵਾਂ ਛੰਤ ਆਰੰਭ ਹੁੰਦਾ ਹੈ ਆਸਾ ਮਹੱਲਾ ਚੌਥਾ, ਉਸ ਦਾ ਗਾਇਨ ਕਰਨਾ ਚਾਹੀਦਾ ਹੈ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਜਿਨ ਅੰਤਰ ਹਰ ਹਰ ਪ੍ਰੀਤ ਹੈ। ਜਿਨ ਦਾ ਅਰਥ ਹੈ ਜਿਨ੍ਹਾਂ ਦੇ ਅੰਦਰ, ਅੰਤਰ ਦਾ ਅਰਥ ਹੈ ਅੰਦਰ, ਹਰ ਹਰ ਪ੍ਰੀਤ ਹੈ। ਹਰੀ ਪਰਮਾਤਮਾ ਵਾਹਿਗੁਰੂ ਜੀ ਦੀ ਮੁਹੱਬਤ ਹੈ, ਪਿਆਰ ਹੈ, ਪ੍ਰੀਤ ਹੈ। ਸਤਿਗੁਰੂ ਕਹਿ ਰਹੇ ਆ, ਤੇ ਜਨ, ਉਹ ਸੇਵਕ ਜਨ, ਉਹ ਪ੍ਰਭੂ ਦੇ ਦਾਸ ਸੁਘੜ, ਉਹ ਚੰਗੀ ਘਾੜਤ ਵਾਲੇ ਆ। ਉਹਨਾਂ ਦੇ ਮਨ, ਉਹਨਾਂ ਦੇ ਜੀਵਨ ਘੜੇ ਹੋਏ ਆ ਜਿਨ੍ਹਾਂ ਦੇ ਅੰਦਰ ਪ੍ਰਭੂ ਦੀ ਪ੍ਰੀਤ ਹੈ। ਸਿਆਣੇ, ਉਹ ਚੰਗੀ ਸੋਝੀ ਸਮਝ ਵਾਲੇ ਆ। ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਘੜ ਸਿਆਣੇ ਰਾਮ ਰਾਜੇ। ਇਸ ਦੇ ਅਰਥ ਹੋ ਗਏ, ਜਿਨ੍ਹਾਂ ਅੰਦਰ ਹਰੀ ਪ੍ਰਭੂ ਦੀ ਪ੍ਰੀਤ ਹੈ, ਉਹ ਸਿਆਣੇ ਨੇ। ਉਹਨਾਂ ਦੇ ਮਨ, ਉਹਨਾਂ ਦੇ ਜੀਵਨ, ਉਹਨਾਂ ਦੀ ਸੁਰਤ ਘੜੀ ਹੋਈ ਹੈ। ਅਗਲਾ ਬਚਨ, ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਹਿਰਦੇ ਵਿੱਚ ਪਿਆਰ ਰੱਖਣ ਵਾਲੇ, ਜੇ ਦੁਨਿਆਵੀ ਤੌਰ 'ਤੇ ਵਿਚਰਦੇ ਹੋਏ ਬਾਹਰ ਮੁਖੀ ਤੌਰ 'ਤੇ ਉਹਨਾਂ ਤੋਂ ਜ਼ਬਾਨ ਤੋਂ ਕੋਈ ਲਫ਼ਜ਼, ਤਲਫਜ਼ ਜਾਂ ਕੋਈ ਭੁੱਲ ਚੁੱਕ ਹੋ ਜਾਏ, ਮਹਾਰਾਜ ਕਹਿੰਦੇ ਨੇ ਭੀ ਖਰੇ ਹਰ ਭਾਣੇ, ਉਹ ਫਿਰ ਵੀ ਖਰੇ ਨੇ, ਫਿਰ ਵੀ ਉਹ ਸ੍ਰੇਸ਼ਟ ਨੇ, ਉਹ ਕਪਟੀ ਨਹੀਂ, ਉਹ ਅਸ਼ੁੱਧ ਨਹੀਂ, ਉਹ ਸ਼ੁੱਧ ਨੇ, ਉਹ ਬਿਲਕੁਲ ਪਿਓਰ ਨੇ। ਮਹਾਰਾਜ ਕਹਿ ਰਿਹਾ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਬਾਹਰੋਂ ਬੋਲਦਿਆਂ ਕਿਤੇ ਜ਼ਬਾਨ ਤੋਂ ਭੁੱਲ ਚੁੱਕ ਹੋ ਜਾਏ, ਅੰਦਰ ਦੀ ਭਾਵਨਾ ਉਹਨਾਂ ਦੀ ਸ਼ੁੱਧ ਹੈ ਤੇ ਉਹਨਾਂ ਦੇ ਜ਼ਬਾਨ ਦੇ ਬੋਲ ਪਰਮਾਤਮਾ ਇਗਨੋਰ ਕਰ ਦੇਗਾ, ਉਹਨਾਂ ਦੀ ਭੁੱਲ ਚੁੱਕ ਵੱਲ ਧਿਆਨ ਨਹੀਂ ਦੇਗਾ। ਤੇ ਮਹਾਰਾਜ ਕਹਿੰਦੇ ਨੇ ਭੀ ਖਰੇ ਹਰ ਭਾਣੇ, ਉਹ ਪਰਮਾਤਮਾ ਦੇ ਦਰ 'ਤੇ ਸ੍ਰੇਸ਼ਟ ਨੇ, ਸਵੀਕਾਰ ਨੇ, ਉਹ ਕਪਟੀ ਨਹੀਂ, ਖਰੇ ਨੇ। ਫਿਰ ਐਸੇ ਜਿਹੜੇ ਪ੍ਰੀਤ ਕਰਨ ਵਾਲੇ ਆ, ਹਰ ਸੰਤਾਂ ਨੌ ਹੋਰ ਥਾਂ ਨਹੀਂ। ਇਹੋ ਜਿਹੇ ਸੰਤ ਜਨਾਂ ਦੀ ਹੋਰ ਕੋਈ ਵੀ ਥਾਂ ਨਹੀਂ। ਉਹ ਸਿਰਫ ਇੱਕੋ ਗੱਲ ਕਹਿੰਦੇ ਨੇ, ਪਰਮਾਤਮਾ ਤੂੰ ਹੀ ਸਾਡਾ ਨਿਮਾਣਿਆਂ ਦਾ ਮਾਣ ਹੈ, ਸਾਡੀ ਤੇਰੇ ਤੋਂ ਬਿਨਾਂ ਕੋਈ ਜਗ੍ਹਾ ਨਹੀਂ, ਕੋਈ ਥਾਂ ਨਹੀਂ। ਹਰ ਸੰਤਾਂ ਨੌ ਹੋਰ ਥਾਂ ਨਹੀਂ, ਹਰ ਮਾਣ ਨਿਮਾਣੇ। ਹੇ ਪ੍ਰਭੂ, ਤੂੰ ਹੀ ਸਾਡੇ ਨਿਮਾਣਿਆਂ ਦਾ ਮਾਣ ਹੈ ਤੇ ਤੂੰ ਹੀ ਸਾਡਾ ਟਿਕਾਣਾ, ਥਾਂ, ਠਾਹਰ, ਮੁਕਾਮ ਹੈ। ਅਖੀਰ ਤੇ ਮਹਾਰਾਜ ਕਹਿੰਦੇ ਆ, ਜਨ ਨਾਨਕ ਨਾਮ ਦੀਵਾਨ ਹੈ। ਦਾਸ ਨਾਨਕ, ਗੁਰੂ ਰਾਮਦਾਸ ਜੀ ਇਹ ਕਹਿ ਰਹੇ ਨੇ ਕਿ ਨਾਮ ਦੀਵਾਨ ਹੈ। ਵੈਸੇ ਦੀਵਾਨ ਦਾ ਲਫ਼ਜ਼ੀ ਅਰਥ ਹੈ ਸਭਾ, ਅਸੀਂ ਦੀਵਾਨ ਸ਼ਬਦ ਵਰਤਨੇ ਆ। ਦੀਵਾਨ ਦਾ ਅਰਥ ਇਹ ਵੀ ਹੈ ਕਿ ਪਾਤਸ਼ਾਹ ਤੱਕ ਕਿਸੇ ਦੀ ਫਰਿਆਦ ਪਹੁੰਚਾਉਣ ਵਾਲਾ, ਉਹਦੇ ਲਈ ਸ਼ਬਦ ਦੀਵਾਨ ਵਰਤਦੇ ਆ। ਦੀਵਾਨ ਸਭਾ, ਦੀਵਾਨ ਦਾ ਅਰਥ ਫਰਿਆਦ ਪਹੁੰਚਾਉਣ ਵਾਲਾ। ਤੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਸਾਡੀ ਫਰਿਆਦ ਨੂੰ, ਸਾਡੇ ਅੰਦਰ ਨੂੰ ਪਹੁੰਚਾਉਣ ਵਾਲਾ ਜਿਹੜਾ ਸਭਾ ਹੈ, ਦੀਵਾਨ ਹੈ। ਦੀਵਾਨ ਦਾ ਅਰਥ ਹਾਕਮ ਵੀ ਆਉਂਦਾ ਹੈ।
ਜਾਂ ਸਾਡੀ ਫਰਿਆਦ ਜਿਨਨੇ ਤੇਰੇ ਤੱਕ ਪਹੁੰਚਾਣੀ ਉਹ ਕੇਵਲ ਤੇਰਾ ਨਾਮ ਹੀ ਹੈ। ਸਾਡੇ ਕੋਲ ਤਾਂ ਨਾਮ ਤੋਂ ਬਿਨਾ ਹੋਰ ਕੋਈ ਦੀਵਾਨ ਹੀ ਨਹੀਂ। ਮਹਾਰਾਜ ਕਹਿ ਰਹੇ ਨੇ ਜਨ ਨਾਨਕ ਨਾਮ ਦੀਵਾਨ ਹੈ। ਹਰ ਤਾਣ, ਤਾਣ ਦਾ ਅਰਥ ਹੈ ਤਾਕਤ, ਸਤਾਣੇ, ਸਤਾਣੇ ਦਾ ਅਰਥ ਹੈ ਬਲ ਸਹਿਤ, ਬਾਹੂਬਲੀ, ਜਿਸ ਕੋਲ ਤਾਕਤ ਹੈ ਕੇਵਲ ਕਹਿਣ ਮਾਤਰ ਨਹੀਂ। ਇੱਥੇ ਸਿਰਫ ਇੱਕ ਬੇਨਤੀ ਕਰਾਂਗਾ ਕਿ 2-3 ਗੱਲਾਂ ਇਹਦੇ ਉਚਾਰਨ ਵਿੱਚ ਜਿੰਨੀ ਕੁ ਸੋਝੀ, ਦਾਵਾ ਨਹੀਂ ਉਚਾਰਨ ਦਾ ਮੇਰਾ। ਇੱਥੇ ਇੱਕ ਤਾਂ ਹਰ ਸੰਤਾਂ ਨੌ, ਇੱਥੇ ਨੰਨੇ ਨੂੰ ਹਜ਼ੂਰ ਨੇ ਖੋੜਾ ਪਾਇਆ, ਇਹਨੂੰ ਦੁਲੰਕੜ 'ਚ ਨਹੀਂ ਬੋਲਣਾ, ਨੂੰ ਨਹੀਂ ਬੋਲਣਾ। ਹਰ ਸੰਤਾਂ ਨੂੰ ਹੋਰ ਥਾਂ ਨਹੀਂ ਅੱਗੇ ਪਾਠ ਨਾਹੀ। ਦੂਸਰੀ ਬੇਨਤੀ ਹੈ ਕਿ ਇਸ ਵਿੱਚ ਜਿਹੜਾ ਇਹ ਬਚਨ ਆਇਆ, ਇੱਕ ਆਇਆ ਹਰ ਮਾਣ ਨਿਮਾਣੇ, ਨਿਮਾਣੇ ਦੇ ਨੰਨੇ ਨੂੰ ਸਿਹਾਰੀ ਲੱਗੀ। ਤੇ ਜਦੋਂ ਅਗਲੀ ਤੁਕ 'ਚ ਤੁਕਾਂਤ ਆਉਂਦਾ ਹੈ, ਖਤਮ ਹੁੰਦੀ ਤੁਕ, ਉੱਥੇ ਆਇਆ ਹਰ ਤਾਣ ਸਤਾਣੇ, ਸੱਸੇ ਨੂੰ ਸਿਹਾਰੀ ਨਹੀਂ ਲੱਗੀ। ਇਹ ਨਹੀਂ ਕਿਤੇ ਸੋਚਣਾ ਵੀ ਨਿਮਾਣੇ ਆਇਆ ਤੇ ਸਤਾਣੇ, ਨਹੀਂ। ਪਹਿਲਾ ਪਾਠ ਹੈ ਹੋਰ ਹਰ ਸੰਤਾਂ ਨੂੰ ਹੋਰ ਥਾਉ ਨਾਹੀ, ਹਰ ਮਾਣ ਨਿਮਾਣੇ, ਜਨ ਨਾਨਕ ਨਾਮ ਦੀਵਾਨ ਹੈ। ਇਹ ਨੰਨੇ ਨਾਲ ਨਹੀਂ ਨਾਣੇ ਨਾਲ ਹੈ, ਦੀਵਾਨ ਹੈ। ਹਰ ਤਾਣ ਸਤਾਣੇ, ਸਤਾਣੇ ਦਾ ਅਰਥ ਤਾਕਤ ਸਹਿਤ, ਤਾਣ ਸਹਿਤ। ਇਹ ਹੈ ਅੱਜ ਦੇ ਇਸ ਵਿਚਾਰ ਅਧੀਨ ਅੰਮ੍ਰਿਤ ਸ਼ਬਦ ਦੇ ਆਖਰੀ ਅਰਥ। ਕੱਲ ਅਸੀਂ ਜਿਹੜੇ ਪਵਿੱਤਰ ਬਚਨ ਪੜ੍ਹੇ ਸਨ, ਚੌਥੇ ਸ਼ੰਤ ਦਾ ਅੰਤਲਾ ਪਦਾ ਸੀ, ਉਸ ਲੜੀ ਨੂੰ ਲੈ ਕੇ ਨਾਲ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਆਪਾਂ ਅਰਥ ਕਰਾਂਗੇ। ਕੱਲ ਸਤਿਗੁਰਾਂ ਨੇ ਸ਼ਬਦ ਵਰਤੇ ਸਨ ਕਿ ਜਿਨ੍ਹਾਂ ਬੰਦਿਆਂ ਦੇ ਕੋਲ ਰਾਗ ਗਾਉਣ ਦੀ ਸਮਰੱਥਾ ਹੈ, ਜਿਹੜੇ ਇਨਸਾਨ ਸਾਜ਼ ਵਜਾ ਸਕਦੇ ਆ, ਮੂੰਹ ਨਾਲ ਵੱਜਣ ਵਾਲੇ ਸਾਜ਼ ਵਜਾਉਂਦੇ ਆ, ਸੰਖ ਹੈ, ਸਿੰਗੀ ਹੈ, ਇਹ ਜਿਹੜੇ ਨਾਦ ਵਜਾਉਂਦੇ ਆ। ਤੇ ਤੀਸਰਾ ਸੀ ਜਿਹੜੇ ਵੇਦ ਪਾਠੀ ਨੇ, ਵੇਦਾਂ ਦਾ ਪਾਠ ਕਰਦੇ ਆ। ਉੱਥੇ ਹਜ਼ੂਰ ਨੇ ਕਿਹਾ ਕਿ ਉਹ ਲੋਕ ਗਾ ਵੀ ਰਹੇ ਨੇ, ਉਸ ਨੂੰ ਪੜ੍ਹ ਵੀ ਰਹੇ ਨੇ, ਸਾਜ਼ ਵੀ ਵਜਾ ਰਹੇ ਨੇ, ਪਰ ਪਰਮਾਤਮਾ ਉਹਨਾਂ ਦੇ ਸਾਜ਼ਾਂ ਨਾਲ, ਉਹਨਾਂ ਦੇ ਰਾਗਾਂ ਨਾਲ, ਉਹਨਾਂ ਦੀ ਵੇਦ ਧੁਨੀ ਨਾਲ ਰੀਝ ਨਹੀਂ ਰਿਹਾ। ਕਿਉਂ ਨਹੀਂ ਰੀਝ ਰਿਹਾ ਜੀ? ਕੱਲ ਅਸੀਂ ਵੇਖਿਆ ਰਾਗ ਬੜਾ ਸਾਧਨਾ ਕਰ ਕਰਕੇ, ਅਭਿਆਸ ਕਰ ਕਰਕੇ, ਤਪੱਸਿਆ ਹੈ ਰਾਗ। ਜੇ ਕੋਈ ਨਾਦ, ਕੋਈ ਸਾਜ਼ ਵਜਾਣਾ ਜਾਣਦਾ ਹੈ, ਬੰਸਰੀ ਵਜਾਉਂਦਾ ਹੈ, ਸੰਖ ਵਜਾਉਂਦਾ ਹੈ, ਕਿੰਗੁਰੀ ਵਜਾਉਂਦਾ ਹੈ, ਆਖਰ ਉਹ ਕੋਈ ਵੀ ਸਾਜ਼ ਵਜਾਉਂਦਾ ਹੈ ਬੰਦਾ, ਉਹਦੀ ਕਿੰਨੀ ਵੱਡੀ ਤਪੱਸਿਆ ਹੈ। ਤੇ ਤੀਸਰਾ ਸ਼ਬਦ ਬੇਦੀ, ਵੇਦਾਂ ਦਾ ਮੰਤਰ ਪੜ੍ਹਨ ਵਾਲੇ, ਵੇਦ ਧੁਨੀ ਵਿੱਚ ਸੁਰਤੀਆਂ ਸ਼ਲੋਕ ਪੜ੍ਹਨ ਵਾਲੇ। ਪਰ ਮਹਾਰਾਜ ਕਹਿੰਦੇ ਅਭਿਆਸ ਹੈ, ਤਪੱਸਿਆ ਹੈ, ਪਰ ਇਹਨਾਂ ਬਾਹਰ ਦੇ ਕੰਮ ਕਰਮਾਂ ਤੇ ਹੁਨਰਾਂ ਨਾਲ ਵੀ ਪਰਮਾਤਮਾ ਨਹੀਂ ਰੀਝਦਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਖਰ ਹਰ ਭੀਜੈ ਰਾਮ ਰਾਜੇ। ਖਰੀ ਪਰਮਾਤਮਾ ਉਹਨਾਂ ਤੇ ਨਹੀਂ ਭੇਜਦਾ। ਕਮਾਲ ਦੀ ਗੱਲ, ਗਲਾ ਸੁਰੀਲਾ, ਸਾਜ਼ ਕਮਾਲ ਦਾ, ਵੇਦਾਂ ਦਾ ਉਚਾਰਨ ਸ਼ੁੱਧ, ਇੰਨੀ ਮਿਹਨਤ ਕਰਕੇ ਪਰਮਾਤਮਾ ਕਿਉਂ ਨਹੀਂ ਰੀਝ ਰਿਹਾ? ਤੇ ਮਹਾਰਾਜ ਕਹਿੰਦੇ ਉਹਦਾ ਇੱਕ ਕਾਰਨ, ਕਿਉਂਕਿ ਹਿਰਦੇ ਵਿੱਚ ਜੋ ਬੋਲਿਆ ਜਾ ਰਿਹਾ ਹੈ ਉਹਦੇ ਪ੍ਰਤੀ ਭਾਵਨਾ ਨਹੀਂ, ਅੰਦਰ ਪ੍ਰੀਤ ਨਹੀਂ, ਅੰਦਰ ਕਪਟ ਹੈ। ਤੇ ਮਹਾਰਾਜ ਕਹਿੰਦੇ ਅੰਦਰ ਧੋਖਾ ਛਲ ਫਰੇਬ ਕਪਟ ਹੋਵੇ, ਬਾਹਰ ਤੋਂ ਸੱਚ ਇਹ ਵੇ ਕਿ ਚੰਗੀ ਲਟਰੇਰੀ ਜਾਂ ਸਾਹਿਤਕ ਬੋਲੀ ਵੀ ਬੋਲੇ, ਕਲਾਸੀਕਲ ਤੌਰ 'ਤੇ ਰਾਗ ਵੀ ਗਾਏ ਜਾਂ ਕਲਾਸੀਕਲ ਗਾਏ, ਵੇਦਾਂ ਦਾ ਪਾਠ ਵੀ ਸ਼ੁੱਧ ਕਰੇ, ਨਾਦ ਵੀ ਕਮਾਲ ਦਾ ਵਜਾਏ, ਉਹਦੀ ਸਾਜ਼ ਵੱਜਣ, ਪਰ ਜੇ ਅੰਦਰ ਪ੍ਰੀਤ ਨਹੀਂ ਤੇ ਮਹਾਰਾਜ ਕਹਿੰਦੇ ਨੇ ਅੰਦਰ ਕਪਟ ਹੈ, ਵਿਕਾਰ ਹੈ, ਵਾਸ਼ਨਾ ਹੈ, ਧੋਖਾ ਹੈ। ਤੇ ਇਹੋ ਜਿਹਾ ਦਾ ਗਾਉਣਾ ਜਿਹੜਾ ਉਹ ਰੋਣਾ ਹੀ ਬਣ ਕੇ ਰਹਿ ਜਾਂਦਾ। ਇਹ ਮੈਂ ਆਪ ਨੂੰ ਤਾਂ ਬੇਨਤੀ ਕਰਨ ਲੱਗਾ ਕਿਉਂਕਿ ਜਦੋਂ ਇਹਦੇ ਹੁਣ ਅਰਥ ਕਰਾਂਗੇ ਦੋਨਾਂ ਨੂੰ ਮਿਲਾ ਕੇ, ਤੇ ਮਹਾਰਾਜ ਗੁਰੂ ਰਾਮਦਾਸ ਜੀ ਨੇ ਕਮਾਲ ਕਰ ਦਿੱਤੀ। ਭਾਵੇਂ ਅਗਲੇ ਸ਼ੰਤ ਵਿੱਚ ਇਹ ਕਿਹਾ, ਮੈਂ ਤਾਂ ਇਹ ਦੌਰਾਨ ਲੱਗਾ, ਪਿਛਲੇ ਸ਼ੰਤ ਵਿੱਚ ਸੀ ਹੁਨਰ ਹੈ, ਗੁਣ ਹੈ, ਪਰ ਅੰਦਰ ਪ੍ਰੀਤ ਨਹੀਂ, ਅੰਦਰ ਮੁਹੱਬਤ ਨਹੀਂ।
ਤੇ ਗੁਰੂ ਜੀ ਨੇ ਕਿਹਾ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਉਹਨਾਂ ਦੇ ਅੰਦਰ ਕਪਟ ਹੈ, ਵਿਕਾਰ ਹੈ, ਤੇ ਉਹਨਾਂ ਦਾ ਗਾਉਣਾ ਰੋਣਾ ਹੈ। ਪਰ ਪਿਆਰਿਓ, ਅੱਜ ਜਦੋਂ ਅਗਲਾ ਅਸੀਂ ਪਵਿੱਤਰ ਬਚਨ ਪੜ੍ਹਿਆ, ਇੱਥੇ ਗੁਰਦੇਵ ਨੇ ਕਿਹਾ ਵੀ ਜਿਹੜਾ ਅੰਦਰੋਂ ਪ੍ਰੀਤ ਕਰਦਾ, ਮੇਰੀ ਬੇਨਤੀ ਵੱਲ ਧਿਆਨ ਦਿਆ ਜੇ, ਇੱਥੇ ਹੈ ਪਹਿਲੇ 'ਚ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਭਾਵੇਂ ਉਹ ਰਾਗਨਾਦ ਵੇਦ ਜਾਣਦੇ ਆ, ਅੱਜ ਦੇ ਬਚਨ ਵਿੱਚ ਕਿਹਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜ। ਕਮਾਲ ਦੀ ਗੱਲ, ਰਾਗ ਗਾਉਣ ਵਾਲਾ, ਨਾਦ ਵਜਾਉਣ ਵਾਲਾ, ਵੇਦਾਂ ਦੇ ਸਲੋਕ ਗਾਉਣ ਵਾਲਾ, ਉਹਨੂੰ ਤਾਂ ਮਹਾਰਾਜ ਕਹਿੰਦੇ ਨੇ ਰੋ ਰਿਹਾ ਹੈ, ਗਾਉ ਨਹੀਂ ਰਿਹਾ, ਇਹ ਗਾ ਨਹੀਂ ਰਿਹਾ, ਇਹ ਰੋ ਰਿਹਾ ਹੈ। ਇਹਦੇ ਅੰਦਰ ਕਪਟ ਹੈ, ਤੇ ਜਿਹਦੇ ਅੰਦਰ ਪਿਆਰ ਹੈ ਉਹਦੇ ਲਈ ਗੁਰੂ ਜੀ ਸ਼ਬਦ ਵਰਤਿਆ ਪਿਆਰਿਓ, ਉਹ ਸੁਗੜ ਹੈ, ਉਹ ਸਿਆਣਾ ਹੈ, ਕਿਉਂਕਿ ਉਹਦੇ ਧੁਰ ਅੰਦਰ ਪਰਮਾਤਮਾ ਦੀ ਮੁਹੱਬਤ ਪਿਆਰ ਟਿਕਿਆ ਹੈ। ਤੇ ਨਾਲ ਫਿਰ ਇੱਕ ਹੋਰ ਗੱਲ, ਜਿਹਦੇ ਅੰਦਰ ਪ੍ਰੀਤ ਹੈ, ਮੰਨ ਲਓ ਉਹਨੂੰ ਲਫ਼ਜ਼ ਵੀ ਨਹੀਂ ਬੋਲਣੇ ਹੁੰਦੇ, ਉਹ ਚੰਗੀ ਤਰ੍ਹਾਂ ਸੈਂਟੈਂਸ ਵੀ ਨਹੀਂ ਬਣਾ ਸਕਦਾ, ਵਾਕ ਵੀ ਨਹੀਂ ਬਣਾ ਸਕਦਾ, ਸ਼ਬਦਾਂ ਦਾ ਉਚਾਰਨ ਵੀ ਉਹਦਾ ਵਿਦਵਾਨਾਂ ਦੀ ਨਜ਼ਰ ਵਿੱਚ ਕਹਿਣਗੇ ਐਵੇਂ ਬੋਲੀ ਜਾ ਰਿਹਾ। ਪਰ ਮਹਾਰਾਜ ਕਹਿੰਦੇ ਆ ਨਹੀਂ ਓਏ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਖਰ ਪਾਣੇ। ਜੇ ਬਾਹਰੋਂ ਉਹ ਭੁੱਲ ਚੁੱਕ ਬੋਲਦੇ ਆ, ਪਰ ਪਰਮਾਤਮਾ ਦੀ ਨਜ਼ਰ ਵਿੱਚ ਉਹ ਖਰੇ ਨੇ, ਉਹ ਸ੍ਰੇਸ਼ਟ ਨੇ। ਬਸ ਇਹ ਦੋ ਗੱਲਾਂ ਯਾਦ ਰੱਖਣ ਵਾਲੀਆਂ ਨੇ, ਬਾਹਰ ਦੇ ਸ਼ਬਦ, ਬਾਹਰ ਦੀ ਸੁਰ, ਬਾਹਰ ਦਾ ਨਾਦ ਹੈ, ਅੰਦਰ ਕਪਟ ਹੈ, ਤੇ ਉਹ ਚੀਜ਼ ਸਵੀਕਾਰ ਨਹੀਂ, ਨਾ ਰਾਗ, ਨਾ ਨਾਦ, ਨਾ ਵੇਦ। ਪਰ ਦੂਜੇ ਪਾਸੇ ਜੇ ਅੰਦਰ ਪ੍ਰੀਤ ਹੈ, ਅੰਦਰ ਮੁਹੱਬਤ ਹੈ, ਤੇ ਮਹਾਰਾਜ ਕਹਿੰਦੇ ਨੇ ਉਹ ਸਿਆਣਾ, ਉਹ ਸੁਗੜ। ਤੇ ਨਾਲ ਬਚਨ ਕੀਤੋ ਨੇ, ਇਹ ਜੇ ਬਾਹਰੋਂ ਉਹ ਗਲਤ ਵੀ ਬੋਲ ਜਾਂਦਾ ਹੈ, ਜਾਣ ਬੁੱਝ ਕੇ ਨਹੀਂ, ਭੁੱਲ ਚੁੱਕ ਮਹਾਰਾਜ ਨੇ ਇੱਥੇ ਕਿਹਾ ਕਿ ਉਹ ਬੋਲਣ ਵਿੱਚ ਭੁੱਲ ਜਾਂਦਾ ਹੈ, ਉਹਦੇ ਤੋਂ ਕੋਈ ਉਕਾਈ ਹੋ ਜਾਂਦੀ ਹੈ, ਗਲਤੀ ਹੋ ਜਾਂਦੀ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਖਰ ਭਾਣੇ, ਪਿਆਰਿਓ ਖਰੀ ਨੂੰ ਫਿਰ ਵੀ ਉਹ ਭਾ ਜਾਂਦਾ, ਉਹ ਚੰਗਾ ਲੱਗਦਾ। ਗੱਲ ਇਹ ਹੋ ਗਈ, ਇੱਕ ਹੈ ਕਪਟ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤੇ ਦੂਜਾ ਹੈ ਜਿਨ ਅੰਤਰ ਹਰ ਹਰ ਪ੍ਰੀਤ ਹੈ। ਬਸ ਇਹ ਦੋ ਗੱਲਾਂ ਸਮਝਣ ਵਾਲੀਆਂ ਨੇ ਕੱਲ ਦੇ ਪਵਿੱਤਰ ਸ਼ੰਤ ਨੂੰ ਨਾਲ ਲੈ ਕੇ। ਜਿੱਥੇ ਕਪਟ ਹੈ ਉੱਥੇ ਥਾਏ ਨਹੀਂ ਕੁਛ ਪੈਣਾ, ਜਿੱਥੇ ਪਿਆਰ ਹੈ ਉੱਥੇ ਭੁੱਲ ਚੁੱਕ ਵਾਲੇ ਵੀ ਸਵੀਕਾਰ ਹੋ ਜਾਂਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਇਸੇ ਪ੍ਰਥਾਏ ਬਖਸ਼ਿਸ਼ ਕੀਤੀ ਹੈ। ਅੱਜ ਦੀ ਮੇਰੀ ਬੇਨਤੀ ਹੈ ਅੰਤਰ ਪ੍ਰੀਤ, ਤੇ ਖਾਸ ਕਰਕੇ ਆਸਾ ਕੀ ਵਾਰ ਦਾ ਉਹ ਅੰਮ੍ਰਿਤ ਬਚਨ ਜਿਸ ਵਿੱਚ ਸਤਿਗੁਰਾਂ ਨੇ ਦੋ ਦਾ ਜ਼ਿਕਰ ਕੀਤਾ। ਪਹਿਲੇ ਜੇ ਕਪਟ ਦਾ ਜ਼ਿਕਰ ਕੀਤਾ ਹੈ ਨਾ, ਵੀ ਕਪਟੀ ਹੈ, ਛਲੀਆ ਹੈ, ਧੋਖੇਬਾਜ਼, ਉਹਨੂੰ ਇੱਕ ਪੱਖ ਨਹੀਂ ਛੱਡ ਦਿੱਤਾ। ਨਾਲ ਉੱਥੇ ਗੁਰੂ ਜੀ ਨੇ ਇਹ ਵੀ ਕਿਹਾ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ, ਪਵਿੱਤਰ ਹੈ। ਇਹ ਨਹੀਂ ਕਿਹਾ ਵੀ ਨਹੀਂ ਸਾਰੇ ਕਪਟੀ, ਸਾਰੇ ਛਲੀਏ, ਸਾਰੇ ਜਿਹੜੇ ਨੇ ਉਹ ਨਕੰਮੇ, ਕਿਉਂਕਿ ਜਿਵੇਂ ਸਾਡੀ ਅੱਜ ਬਿਰਤੀ ਬਣ ਚੁੱਕੀ ਹੈ, ਕੋਈ ਸਿੱਖ ਨਹੀਂ, ਕੋਈ ਗੁਰਮੁਖ ਨਹੀਂ, ਕੁਛ ਵੀ ਨਹੀਂ, ਸਭ ਕੁਝ, ਸਭ ਨਿਕੰਮਾ ਨਿਕੰਮਾ ਹੀ। ਮੈਂ ਬੇਨਤੀ ਕਰਾਂ ਕਿਉਂਕਿ ਆਪੋ ਆਪਣੀ ਸੋਚ ਹੈ। ਪਰ ਇੱਥੇ ਸਤਿਗੁਰੂ ਨੇ ਅਗਲੇ ਬਚਨ ਵਿੱਚ ਕਿਹਾ ਵੀ ਮਤਾਂ ਇਹਨਾਂ ਸ਼ਬਦਾਂ ਨੂੰ ਲੈ ਕੇ ਨਿੰਦਕ ਬਿਰਤੀ ਨਾ ਧਾਰਨ ਕਰ ਲਿਆ ਜੇ। ਇੱਥੇ ਉਹ ਵੀ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੀਤ ਹੈ, ਉਹ ਜ਼ਬਾਨ ਤੋਂ ਕਈ ਵਾਰੀ ਨਹੀਂ ਸਹੀ ਬੋਲ ਸਕਦੇ, ਪਰ ਉਹਨਾਂ ਨੂੰ ਪਰਮਾਤਮਾ ਦੇ ਘਰ ਵਿੱਚ ਥਾਂ ਹੈ। ਆਸਾ ਕੀ ਵਾਰ ਵਿੱਚ ਇੱਕ ਬਚਨ ਹੈ, ਸ਼ਾਇਦ ਆਪ ਨਾਲ ਉਹ ਸਾਂਝਾ ਕੀਤਾ ਹੋਵੇ ਪਹਿਲਾਂ। ਉਸ ਵਿੱਚ ਸਤਿਗੁਰੂ ਨੇ ਇੱਕ ਬਖਸ਼ਿਸ਼ ਕੀਤੀ ਹੈ। ਹਜ਼ੂਰ ਨੇ ਕਿਹਾ ਕਿ ਜਿਨ ਅੰਦਰੋਂ ਝੂਠੇ ਪੈਜ ਬਾਹਰ, ਇਹ ਸਮਝੋ ਇਸ ਸੰਤ ਤੇ ਢੁਕੇਗਾ ਕਿ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ। ਅੰਦਰੋਂ ਝੂਠੇ, ਅੰਦਰ ਛਲ ਫਰੇਬ, ਪੈਜ ਬਾਹਰ, ਬਾਹਰ ਜਿਹੜਾ ਫੈਲਾਓ ਹੈ ਉਹ ਪ੍ਰਤਿਸ਼ਠਾ ਬਣਾਈਏ, ਪਤਵੰਤੇ ਸੱਜਣਾ ਵੀ ਸੂਚੀ ਹੈ। ਮਹਾਰਾਜ ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ, ਬਾਹਰ ਇੱਜ਼ਤ, ਬਾਹਰ ਅਡੰਬਰ ਬਣਾਇਆ। ਦੁਨੀਆ ਅੰਦਰ ਫੈਲ, ਉਹਨਾਂ ਦੇ ਅਡੰਬਰ ਦਾ ਦੁਨੀਆ ਵਿੱਚ ਫੈਲਾਓ ਵੀ ਹੈ। ਲੋਕ ਉਸ ਗੱਲ ਨੂੰ ਅੱਗੇ ਤੋਰਨ ਵਾਲੇ ਵੀ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। ਤੇ ਇਹ ਵੀ ਇੱਕ ਬੜਾ ਵੱਡਾ ਬਿਜ਼ਨਸ ਹੈ ਅੱਜ ਦੀ ਦੁਨੀਆ 'ਚ, ਬੜੀ ਵੱਡੀ ਖੱਟੀ ਹੈ ਕਿ ਹਿੱਸੇ ਰੱਖੇ ਜਾਂਦੇ ਆ ਕਿ ਤੁਸੀਂ ਇਹਨਾਂ ਦੀ ਗੱਲ ਇਸ ਢੰਗ ਨਾਲ ਅੱਗੇ ਪਹੁੰਚਾਓ, ਹੋਰ ਅੱਗੇ ਪਹੁੰਚਾਓ।
पर महाराज ने देखो ये बाणी च पहले ही कह दिता, अंदरों झूठे पैज बाहर दुनिया अंदर फैल, 8-60 तीरथ जे नावह। ਇਹੋ ਜਿਹੇ ਪਖੰਡੀ ਕਪਟੀ ਬੰਦੇ ਜਿਨ੍ਹਾਂ ਨੂੰ ਗੁਰੂ ਜੀ ਨੇ ਕਿਹਾ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਜੇ ਇਹ ਬੰਦੇ 68 ਤੀਰਥਾਂ ਦਾ ਇਸ਼ਨਾਨ ਕਰ ਲੈਣ ਤੇ ਗੁਰੂ ਜੀ ਕਹਿੰਦੇ ਨੇ ਬਾਹਰ ਮੁਖੀ ਇਸ਼ਨਾਨ ਨਾਲ ਇਹ ਮੈਲ ਨਹੀਂ ਉਤਰਨੀ। 68 ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਹੁਣ ਇੱਥੋਂ ਤੱਕ ਅਸੀਂ ਇਹ ਸ਼ਲੋਕ ਪੜ੍ਹ ਲਿਆ ਤੇ ਕਹਾਂਗੇ ਵਾਕਈ ਜੀ ਇਹ ਪਖੰਡ ਤੇ ਹੈ ਵੀ। ਹੁਣ ਦੂਜੇ ਪਾਸੇ ਗੁਰੂ ਜੀ ਨੇ ਅੱਗੇ ਸਾਨੂੰ ਸਮੱਤ ਦਿੱਤੀ ਤੇ ਮੈਂ ਕਹਾਂਗਾ ਇਸ ਤੁਕ ਦੇ ਅਰਥ ਕੀਤੇ, ਜਿਨ ਅੰਤਰ ਹਰ ਹਰ ਪ੍ਰੀਤ ਹੈ। ਉੱਥੇ ਮਹਾਰਾਜ ਕਹਿੰਦੇ ਆ ਕਿ ਜਿਨ ਪਟ ਅੰਦਰ, ਜਿਨ ਅੰਤਰ ਹਰ ਹਰ ਪ੍ਰੀਤ ਹੈ। ਪਟ ਦਾ ਲਫ਼ਜ਼ੀ ਅਰਥ ਰੇਸ਼ਮ, ਇਹਦਾ ਭਾਵ ਅਰਥ ਕੋਮਲਤਾ ਕਰਦੇ ਆ। ਤੇ ਮੈਂ ਅਰਜ਼ ਕਰਾਂਗਾ ਇਹਦੇ ਅਸਤ ਆਪਾਂ ਇਹੀ ਕਰੀਏ ਕਿ ਜਿਹਨੂੰ ਕੋਈ ਸੋਚ ਭੇਟ ਨਹੀਂ, ਜਿਹਦੇ ਕੋਲ ਬੇਸ਼ਕੀਮਤੀ ਪਰਮਾਤਮਾ ਦੀ ਇਬਾਦਤ ਦੀ ਦਾਤ ਹੈ। ਇੱਥੇ ਪੱਟ ਦਾ ਅਰਥ ਮੈਂ ਆਖਰੀ ਅਰਥ ਕੀਤਾ ਰੇਸ਼ਮ ਦਾ ਬਸਤਰ, ਪਰ ਪੱਟ ਦਾ ਭਾਵ ਅਰਥ ਲਾਂਗੇ ਕਿ ਭਗਤੀ, ਸਿਮਰਨ, ਇਬਾਦਤ, ਬੰਦਗੀ। ਕਿਉਂਕਿ ਜਿਹੜਾ ਰੇਸ਼ਮ ਹੈ ਨਾ ਉਹਦੀ ਸੁੱਚ ਭੇਟ ਨਹੀਂ ਮੰਨੀ ਗਈ। ਬਾਬਾ ਜੀ ਨੇ ਇੱਕ ਤਾਂ ਸ਼ਬਦ ਵਰਤਿਆ, ਕੇਸਰ ਕੁਸਮ ਮਿਰਗ ਮੈਂ ਕਰਨਾ ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਬਲ ਕਰਨਾ। ਕਿ ਪੱਟ ਭਾਂਡਾ ਕਹੇ ਨਾ ਕੋਏ, ਰੇਸ਼ਮ ਜਿਹੜਾ ਉਹਨੂੰ ਕੋਈ ਸੋਚ ਭੇਟ ਨਹੀਂ। ਤੇ ਗੁਰੂ ਨਾਨਕ ਸਾਹਿਬ ਕਹਿੰਦਾ ਇਬਾਦਤ ਕਰਨ ਵਾਲੇ ਦੀ ਵੀ ਕੋਈ ਸੋਚ ਭੇਟ ਨਹੀਂ, ਉਹ ਸਭ ਥਾਂ ਤੇ ਸਵੀਕਾਰ ਹੈ। ਉੱਥੇ ਪੱਟ ਦਾ ਅਰਥ ਹੈ ਕੋਮਲਤਾ, ਇਬਾਦਤ। ਜਿਨ ਪੱਟ ਅੰਦਰ ਬਾਹਰ ਗੁੱਦੜ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਮੈਂ ਤਾਂ ਹੀ ਬੇਨਤੀ ਕਰ ਲਗਾ, ਬਾਹਰ ਗੁੱਦੜ ਦਰ ਤੇ ਪਾਟੀਆਂ ਲੀਰਾਂ ਦੇ ਕੱਪੜੇ, ਅੰਦਰ ਉਹਨਾਂ ਦੇ ਰੇਸ਼ਮ ਹੈ, ਬਾਹਰ ਲੀਰਾਂ ਨੇ। ਆਖਰੀ ਅਰਥੇ ਹੋਣਗੇ ਪਰ ਭਾਵ ਅਰਥ ਨੇ ਅੰਦਰ ਉਹਨਾਂ ਦੇ ਵਾਹਿਗੁਰੂ ਜੀ ਦੇ ਭਜਨ ਬੰਦਗੀ ਇਬਾਦਤ ਨਾਲ ਭਰਿਆ ਪਿਆ ਹੈ ਤੇ ਬਾਹਰ ਅੰਦਰ ਭਰਿਆ ਇਬਾਦਤ ਨਾਲ ਪੱਟ ਤੇ ਬਾਹਰ ਉਹਨਾਂ ਦੀਆਂ ਲੀਰਾਂ ਨੇ। ਇਹੀ ਕਾਰਨ ਕਿ ਸਾਡਾ ਸਮਾਜ ਜਿਹੜਾ ਹੈ ਉਹ ਕੱਪੜੇ ਵੇਖ ਕੇ ਜ਼ਿਆਦਾਤਰ ਪ੍ਰਭਾਵਿਤ ਹੁੰਦਾ। ਗੁਣਾਂ ਦਾ ਗਰਾ ਕੋਈ ਟਾਵਾਂ ਟਾਵਾਂ ਹੁੰਦਾ ਹੈ, ਇਸ ਗੱਲ ਨੂੰ ਜ਼ਿਹਨ 'ਚ ਰੱਖੀ। ਤੇ ਕਈ ਵਾਰੀ ਇਹ ਗੋਦੜੀਆਂ 'ਚ ਲਾਲ ਲੁਕੇ ਹੁੰਦੇ ਆ ਤੇ ਲੋਕ ਉਹਨਾਂ ਦੀ ਕਦਰ ਨਹੀਂ ਜਾਣਦੇ। ਮੈਂ ਪਰਸੋਂ ਸ਼ਾਇਦ ਇੱਕ ਦਿਨ ਭਗਤ ਰਵਿਦਾਸ ਸਾਹਿਬ ਦਾ ਜ਼ਿਕਰ ਕੀਤਾ ਸੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹਨਾਂ ਦੇ, ਉਸ ਦਿਨ ਮੈਂ ਕਿਹਾ ਸੀ ਕਿ ਕੱਪੜੇ ਉਹਨਾਂ ਦੇ ਚਮੜੇ ਨਾਲ, ਪਸ਼ੂਆਂ ਦੇ ਖੂਨ ਨਾਲ, ਪਸ਼ੂਆਂ ਦੀ ਮਿੱਝ ਨਾਲ ਭਰੇ ਨੇ। ਪਰ ਭਗਤ ਜੀ ਕਹਿੰਦੇ ਉਹ ਲੋਕੋ, ਜੇ ਹੀਰੇ ਨੂੰ ਤੁਸੀਂ ਮੈਲੀਆਂ ਲੀਰਾਂ ਵਿੱਚ ਬੰਨ੍ਹ ਦਿਓ ਤੇ ਹੀਰੇ ਦਾ ਕੋਈ ਜਿਹੜੀ ਕੀਮਤ ਉਹ ਘਟ ਜਾਣੀ ਹੈ। ਮੈਲਾ ਕੱਪੜਾ ਹੈ ਪਰ ਹੀਰਾ ਮੈਲੇ ਕੱਪੜਿਆਂ ਵਿੱਚ ਵੀ ਚੇਤੇ ਰੱਖਿਓ ਕੀਮਤੀ ਰਹਿੰਦਾ ਹੈ। ਜਿਹੜਾ ਪਾਟੀਆਂ ਲੀਰਾਂ ਵਿੱਚ ਰਹਿ ਕੇ ਰੱਬ ਦੀ ਇਬਾਦਤ ਕਰਦਾ ਹੈ, ਯਾਦ ਰੱਖਿਓ ਭਾਵੇਂ ਉਹਦੇ ਤਨ ਤੇ ਕਫਨੀ ਕਹੇ, ਪਾਟੇ ਕੱਪੜੇ ਨੇ, ਉਹਦੇ ਕੋਲ ਬਸਤਰ ਠੀਕ ਨਹੀਂ, ਹੀਰਾ ਹੀਰਾ ਹੀ ਹੈ। ਭਾਵੇਂ ਉਹਨੂੰ ਲੀਰਾਂ 'ਚ ਲਪੇਟ ਦਿਓ ਤੇ ਭਾਵੇਂ ਤੁਸੀਂ ਉਹਨੂੰ ਕੀਮਤੀ ਡੱਬੇ ਵਿੱਚ ਰੱਖ ਦਿਓ। ਮਹਾਰਾਜ ਜੀ ਨੇ ਕਿਹਾ, ਉਹਨਾਂ ਦਾ ਬਚਨ ਹੈ, ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਮਰੇਟਾ। ਭਾਈ ਗੁਰਦਾਸ ਸਾਹਿਬ ਪਾਣਾ ਗੰਢੈ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ, ਉਹਦੇ ਕੱਪੜੇ ਮੈਲੇ ਨੇ, ਹੀਰਾ ਲਾਲ ਅਮੋਲ ਪਲੇਟਾ। ਪਰ ਉਸ ਚੀਥੜੇ ਵਿੱਚ, ਉਹ ਪੁਰਾਣੇ ਕੱਪੜੇ 'ਚ ਜਿਹੜਾ ਰਵਿਦਾਸ ਬੈਠਾ ਨਾ ਸੁਰਤ ਵਾਲਾ, ਉਹ ਕੀਮਤੀ ਹੀਰਾ ਹੈ। ਮੈਂ ਤਾਂ ਹੀ ਬੇਨਤੀ ਥੋੜ੍ਹੀ ਜਿਹੀ ਕਰ ਲੱਗਾ, ਦੋਨਾਂ ਬਚਨਾਂ ਨੂੰ ਇਕੱਠੇ ਲੈ ਕੇ ਚੱਲਾਂਗੇ। ਬਾਹਰ ਦਾ ਹੁਨਰ ਗੁਣ ਹੋਵੇ, ਅੰਦਰ ਕਪਟ ਹੋਵੇ ਤੇ ਸਵੀਕਾਰ ਕੋਈ ਨਹੀਂ। ਅੰਦਰ ਹਿਰਦੇ ਦੀ ਪ੍ਰੀਤ ਹੋਵੇ ਤੇ ਬਾਹਰੋਂ ਭੁੱਲ ਚੁੱਕ ਵੀ ਬੋਲ ਜਾਏ ਤੇ ਚਾਵੀਂ ਸਵੀਕਾਰ ਹੋ ਜਾਂਦਾ। ਮਹਾਰਾਜ ਜੀ ਨੇ ਕਿਹਾ, ਜਿਨ ਪੱਟ ਅੰਦਰ ਬਾਹਰ ਗੁੱਦੜ, ਅੰਦਰ ਉਹਨਾਂ ਦੇ ਪਿਆਰ ਹੈ, ਕੋਮਲਤਾ ਹੈ, ਇਬਾਦਤ ਹੈ, ਬਾਹਰ ਪਾਟੇ ਕੱਪੜੇ ਨੇ। ਤੇ ਜੁੜੇ ਹੋਏ ਕਈ ਵਾਰੀ ਇੰਨੇ ਅੰਦਰੋਂ ਭਿੱਜੇ ਹੁੰਦੇ ਆ, ਉਹ ਅੰਦਰ ਦਾ ਭੇਦ ਪਰਿਵਾਰ ਨੂੰ ਵੀ ਨਹੀਂ ਦਿੰਦੇ। ਬਾਬਾ ਫਰੀਦ ਸਾਹਿਬ ਨੇ ਕਿਹਾ, ਸਾਬਰ ਅੰਦਰ ਸਾਬਰੀ ਤਨ ਏਵੇਂ ਜਲੇਣ, ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਉਹ ਅੰਦਰੋਂ ਪਿਆਰ 'ਚ ਭਿੱਜੇ ਆ। ਜਿਨ ਪੱਟ ਅੰਦਰ ਬਾਹਰ ਗੁੱਦੜ। ਤੇ ਕਈ ਵਾਰੀ ਬੰਦਾ ਭੁਲੇਖਾ, ਇਹ ਘਟਨਾ ਲਾਹੌਰ ਵਾਪਰੀ, ਥੋੜ੍ਹੀ ਜਿਹੀ ਮੈਂ ਅਰਜ਼ ਕਰ ਦੇਣਾ। ਭਾਈ ਬੁੱਧੂ ਉਹਨੇ ਆਵਾ ਪਾਇਆ, ਸਾਡੀ ਹਿਸਟਰੀ ਕਹਿੰਦੀ ਗੁਰੂ ਅਰਜੁਨ ਦੇਵ ਜੀ ਦੇ ਵੇਲੇ, ਤੇ ਆਵਾ ਪੱਕ ਜਾਏ, ਇਹਦੀਆਂ ਇੱਟਾਂ ਸਹੀ ਪੱਕ ਜਾਣ, ਤੇ ਉਹਨੇ ਸੰਗਤ ਬੁਲਾ ਕੇ ਕੀਰਤਨ ਕਰਾਇਆ, ਪਾਠ ਹੋਇਆ, ਅਰਦਾਸ ਹੋਈ।
मैं बेनती करांगा, कीर्तन पाठ की बड़ी महानता है, पर अंदर की नीयत की सी बंदे दी। जदों लंगर का वेला आया तो भाई लखू जी चले गए। सचमुच उन्होंने अंदर नहीं किसे वड़न दिता। क्यों जी? वो साध मुरादे कपड़े ने। उन्हें समझिया कि शायद आम कोई बंदा भिखारी की तरह, पर जदों उन्होंने अंदर नहीं जान दिता जां उन्होंने धक्के मारे गए तो यही कहा गया ना भी आवे पक जान। उन्होंने बाहरों इक्को गल कही सी, ओ बुद्धू चेते रखी तेरे आवे पकने नहीं हूँ। उन्हें क्या किमें हो सकता, मैं तो बाणी पढ़ी, मैं आ किया प्यारिओ। उन्हें गल कही, कह लगा तू पुत्तर नूं धक्के मारे ते प्यो नूं खुश करना चाहे, ये कदी हो ही नहीं सकता। पर प्यारिओ लोकां जानिया भी भाई लखू का बचन जिहड़ा ये सच हो जाएगा। उन्हें क्या आवा कच्चा रहेगा, ते हकीकत ये वे कि आवा कच्चा रहा। भाई बुद्धू ने खिमा मंगी, भाई लखू ने क्या महाराज मेरे जबान तो सबैकन निकल गया, कोई नहीं इहदा आवा पक जाए। गुरु साहब ने उत्तर दिता, ना सिखा चेते रखी तेरे बोल नूं झूठा नहीं पैण देंगा, रहेगा पिल्ला ते कच्चा ही। बुद्धू कहंदा मैं डुब जाऊंगा, मेरा इन्ना पैसा लगा। गुरु अर्जुन देव कहंदे तू पक्कियां तो की लैणा, सिख दा बचन पक्का रहेगा, तेरियां कच्चियां भी पक्कियां दे भाव ते विक जाणगे। मैं आप नूं बेनती करा कि उहदे अंदर भाई लखू नूं पछाण सकिया कोई? जिन पट अंदर बाहर गुद्दड़ ते भले संसार, जिन अंतर हर हर प्रीत है। जिन पट अंदर बाहर गुद्दड़ ते भले संसार, तिन ने को लगा रब सेती। उन्हां दी मुहब्बत उन्हां दा ने रब नाल है। देखना विचार रंग हसें, जे बाहरों भुल चुक बोल दे रंग हसें, रंग रोवें, चुप पी कर जाहें। हसदे भी ने रोंदे भी ने, किन्ने किन्ने दिन खमोशी विच रहिंदे ने। ते गुरु नानक साहब कहंदे आ, परवाह नाही किसै केरी, बाज सच्चे नाह। नन्ने नूं कन्ना हा नाह, नाह दर ते पति। उन्हां नूं परमात्मा तो बिना किसे दी परवाह नहीं। मैं बेनती करा, अज गुरु रामदास जी कह रहे हैं, बचन कर रहे ने, फरमा रहे ने, जिन अंतर हर हर प्रीत है, जिन्हां दे अंदर खरी दी प्रीत है, अंदर मुहब्बत है, अंदरों दिलों जुड़े होया जेड़े। ते कल भी मैं क्या दिलों मुहब्बत जिन से ही सच्चिया। ते जे पखांडे उन्होंने गुरु जी कहते जो बिन प्रतीति कपटी कूड़ी कूड़ी अखी मीट दे, उनका उतर जाएगा झूठ गुमान। अंदर प्रीत नहीं प्यारे, अंदर वाला प्रीत जिहड़ा वो विखावा नहीं करता, वो उन्होंने चोखा कहने की लोड़ ही नहीं। क्योंकि जिहड़ी अंदर दी प्रीत है उसनूं महसूस ही किया जा सकता है। उंज भाई गुरदास साहब ने एक बड़ा प्यारा बचन किया है। भाई साहब कहते आ कि दो रंगां दा जिक्र बाणी च कीता गया, एक कुसंबे दा एक मजीठ दा। जिथे कुसंबे दा रंग दा जिक्र कीता है उहदा वासना नाल, वकारां नाल, पदार्थां नाल, नाशमन वस्तुआं नाल, ते जिथे मजीठ दा जिक्र कीता गया उत्थे प्रभु दे नाम नाल, पकियाई नाल ते इबादत वालियां नाल। मैं फिर बेनती कर रहा, आप विषय तो दूर नहीं, अंतर हर हर प्रीत है। कुसंबड़ा जिहड़ा है वो नाशवंता विखावा, ते मजीठ जिहड़ा पक्का। इसे करके गुरु जी ने बाणी च क्या, तेरा एको नाम मंजीठड़ा, रत्ता मेरा चोला सद रंग ढोला। जां सतगुरु ने बाणी विच ये शब्द वरते, जैसा रंग कुसंब का तैसा यो संसार, मेरे रमैये रंग मजीठ का कह रविदास चमार। मजीठ नाम सिमरन इबादत का प्रतीक है, पर आपनू पता है मजीठ किवें बनदा है? थोड़ी बेनती है। एक है विखावा कपट, एक है अंदरों अंदर प्रीत करनी, दिलों मुहब्बत करनी। मजीठ जिहड़ा है वो जमीन दे विच ओदी तकरीबन गज 1.5 गज ओदी जड़ थल्ले खुंदी, उत्तर ओदे वेल भी खुंदी, पर ओनू जदों कढ़दे आ, भाई साहब ने लिखिया, वो कहंदे ने मजीठ दियां जड़ां पट्टियां जांदियां ने, ओनू ओखली मोहले विच कुट्टिया जांदा है, फिर ओनू अग उत्ते तपाया जांदा है, फिर ओदे विचों जिहड़ी पकियाई निकलदी है वो रंग कदी उतरदा नहीं। मजीठ दिसदा नहीं, मजीठ जमीन तो थल्ले जड़ां विच पकियाई करी बैठा, ओदे अंतर रंग है। ते कुसंबा जिहड़ा बाहरों फुल कढ़ के दिखांदा है। याद रखियो, जिहड़ा जड़ विच लै के ताकत बैठा है
ਉਹਦੇ ਵਿੱਚੋਂ ਨਿਕਲਿਆ ਹੋਇਆ ਰੰਗ ਪਕਿਆਈ ਰੱਖਦਾ ਹੈ, ਤੇ ਜਿਹੜਾ ਕੁਸੰਬੇ ਦੀ ਤਰ੍ਹਾਂ ਚੁਲਬਲਾ ਬਣ ਕੇ ਵਿਖਾਈ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨੇ ਉਹਦਾ ਭੇਖ ਜਿਹੜਾ 4 ਦਿਨਾਂ ਦਾ ਹੈ, ਮਜੀਠ ਕੱਪੜਾ ਪਾਟ ਜਾਊਗਾ ਪਰ ਰੰਗ ਨਹੀਂ ਉਤਰੇਗਾ। ਕੁਸੰਬੇ ਦੇ ਰੰਗ ਤੇ 4 ਛੱਟਾਂ ਠੰਡੇ ਪਾਣੀ ਦੀਆਂ ਮਾਰੋ ਰੰਗ ਉਤਰ ਜਾਂਦਾ ਹੈ। ਜਿਹੜਾ ਕਪਟੀ ਹੈ ਉਹਦਾ ਵਿਖਾਵਾ 4 ਦਿਨ ਦੀ ਖੇਡ ਹੈ। ਜਿਹੜਾ ਮਜੀਠੜਾ ਪਿਆਰਿਓ, ਉਹਦੇ ਰੋਮ ਰੋਮ ਵਿੱਚ ਪ੍ਰਮਾਤਮਾ ਦੀ ਮੁਹੱਬਤ ਹੈ। ਭਾਈ ਸਾਹਿਬ ਨੇ ਲਿਖਿਆ, ਰੰਗ ਮਜੀਠ ਕੁਸੰਬ ਦਾ ਕੱਚਾ ਪੱਕਾ ਕਿਤ ਵਿਚਾਰੇ ਧਰਤੀ ਉਖਣ ਕੱਟੀਏ। ਉਹਦੇ ਵਿੱਚ ਉਹਨਾਂ ਸਾਰਾ ਜ਼ਿਕਰ ਕੀਤਾ ਕਿ ਉਹ ਜ਼ਮੀਨ ਵਿੱਚੋਂ ਪੱਟਿਆ ਜਾਂਦਾ ਹੈ, ਉਹਨੂੰ ਕੁੱਟਿਆ ਜਾਂਦਾ ਹੈ। ਪਰ ਜਿਹੜਾ ਕੁਸੰਬ ਹੈ ਐਸਾ ਨਹੀਂ, ਜਿਹੜੇ ਅੰਦਰੋਂ ਰੱਤੇ ਹੋਏ ਆ ਉਹਨਾਂ ਦੇ ਤੋਂ ਅੰਤਰ ਪ੍ਰੀਤ ਹੈ ਪਿਆਰਿਓ, ਅੰਦਰੋਂ ਭਿੱਜੇ ਹੋਏ। ਜਿਹੜੀ ਅੰਤਰ ਪ੍ਰੀਤ ਹੈ, ਜੇ ਅੰਦਰ ਕਪਟ ਹੈ ਤੇ ਪੂਰੇ ਇੰਦਰੇ ਕਪਟ 'ਚ ਪ੍ਰਵਿਰਤ ਨੇ। ਦਾਸ ਨੇ ਇੱਕ ਦਿਨ ਅਰਜ਼ ਕੀਤੀ ਸੀ, ਅੰਦਰ ਕਪਟ ਹੈ, ਅੱਖਾਂ ਫਰੇਬ ਤੋਂ ਬਿਨਾਂ ਬਾਚ ਹੀ ਨਹੀਂ ਸਕਦੀਆਂ, ਕੰਨ ਬਾਚ ਹੀ ਨਹੀਂ ਸਕਦੇ, ਜ਼ਬਾਨ ਨਹੀਂ ਬਾਚ ਸਕਦੀ। ਅੰਦਰ ਧੋਖਾ ਹੈ, ਹੱਥ ਵੱਜਣਗੇ ਜੀ। ਜਿਹਦੇ ਅੰਦਰ ਕਪਟ ਹੈ ਉਹਦਾ ਤਨ ਵੀ, ਮਨ ਵੀ, ਇੰਦਰੇ ਵੀ ਕਪਟ 'ਚ ਪ੍ਰਵਿਰਤ ਨੇ। ਜਿਹਦੇ ਅੰਦਰ ਪ੍ਰੀਤ ਹੈ ਪਿਆਰਿਓ, ਉਹਦਾ ਮਨ ਵੀ, ਉਹਦਾ ਤਨ ਵੀ, ਤੇ ਉਹਦੇ ਅੰਦਰ ਪ੍ਰੀਤ ਵਿੱਚ ਹਰ ਇੰਦਰਾ ਭਿੱਜਾ ਹੋਇਆ। ਜਿਹੜੀ ਅੰਤਰ ਪ੍ਰੀਤ ਹੈ, ਇੱਥੇ ਗੁਰੂ ਸਾਹਿਬ ਨੇ ਸ਼ਬਦ ਡੂੰਘਾ ਵਰਤਿਆ, ਜਿਨ ਅੰਤਰ ਹਰ ਹਰ ਪ੍ਰੀਤ ਹੈ। ਕੱਲੇ ਮੂੰਹ 'ਚ ਨਹੀਂ, ਅੰਤਰ ਜਿਹਦੀਆਂ ਜੜ੍ਹਾਂ ਮਜੀਠ ਦੀ ਤਰ੍ਹਾਂ ਥੱਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਅੰਤਰ ਪ੍ਰੀਤ ਬਾਰੇ। ਭਗਤ ਰਵਿਦਾਸ ਸਾਹਿਬ ਦਾ ਬਚਨ ਹੈ ਕਿ ਜਿਹਦੇ ਅੰਦਰ ਪ੍ਰੀਤ ਹੈ ਨਾ, ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਦਕਰ ਕਰੂੰ, ਚਰਨ ਹਿਰਦੈ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਆਹ ਹੈ ਅੰਤਰ ਪ੍ਰੀਤ। ਫਿਰ ਅਰਜ਼ ਕਰਾਂ, ਹੁਣ ਇਹਦੇ ਵਿੱਚ ਸਾਰੇ ਇੰਦਰੇ ਕਹਿ ਦਿੱਤੇ। ਕਹਿੰਦੇ ਨੇ ਮੇਰਾ ਚਿੱਤ ਵੀ ਸਿਮਰਨ ਕਰਦਾ ਪਿਆ, ਮੇਰੀਆਂ ਅੱਖਾਂ ਪਿਆਰੇ ਨੂੰ ਦੇਖਦੀਆਂ ਨੇ, ਮੇਰੇ ਕੰਨ ਉਹਦੇ ਸ਼ਬਦ ਸੁਣਦੇ ਨੇ, ਮੇਰੀ ਜ਼ਬਾਨ ਜਿਹੜੀ ਉਹਨੂੰ ਬੋਲ ਰਹੀ ਹੈ, ਮੇਰਾ ਮਨ ਭਵਰਾ ਬਣ ਕੇ ਉਹਦੇ ਨਾਮ ਦੀ ਸੁਗੰਧੀ ਰਸ ਨੂੰ ਮਾਣਦਾ ਹੈ। ਤੇ ਪ੍ਰਮਾਤਮਾ ਮਤਾ ਮੇਰੇ ਅੰਦਰੋਂ ਕਿਤੇ ਪ੍ਰੀਤ ਘਟ ਨਾ ਜਾਏ। ਕਿਉਂ ਜੀ? ਕਹਿੰਦੇ ਆ ਇਸ ਕਰਕੇ ਇਹ ਪ੍ਰੀਤ ਗੱਲਾਂ ਨਾਲ ਨਹੀਂ, ਇਹ ਰਾਗੀ ਨਾਦੀ ਬੇਦੀ ਨਹੀਂ, ਇਹ ਜਿੰਦ ਦੇ ਕੇ ਪ੍ਰੀਤ ਖਰੀਦੀ ਹੈ। ਪ੍ਰਮਾਤਮਾ ਵੇਖੀ ਮੇਰੀ ਜਿੰਦ ਦੀ ਕੀਮਤ ਜਿਹੜੀ ਹੈ ਉਹ ਅਜਾਈ ਨਾ ਚਲੀ ਜਾਏ। ਚਿੱਤ ਸਿਮਰਨ ਕਰੋ, ਚਿੱਤ ਕਰਕੇ ਸਿਮਰਨ ਕਰਨਾ। ਨੈਣ ਅਵਲੋਕਨੋਂ, ਮੈਂ ਅੱਖਾਂ ਨਾਲ ਦਰਸ਼ਨ ਕਰਨਾ। ਸਰਵਣ ਬਾਣੀ ਸੋ ਜਸ ਪੂਰ ਰਾਖੂੰ, ਕੰਨਾਂ ਵਿੱਚ ਤੇਰੀ ਸੋਹਣੇ ਜਸ ਵਾਲੀ ਬਾਣੀ ਨੂੰ ਭਰਿਆ। ਇਹ ਅੰਤਰ ਪ੍ਰੀਤ ਹੈ। ਕਹਿ ਕੇ ਮੈਂ ਵੀ ਅਰਥ ਖਿੰਚ ਕਹਿ ਸਕਣਾ, ਜਿਨ ਅੰਤਰ ਹਰ ਪ੍ਰੀਤ ਹੈ। ਜਿਹਦੇ ਅੰਦਰ ਹੈ ਉਹ ਬਾਹਰ ਪ੍ਰਗਟ ਹੋਵੇਗੀ, ਤੁਰ ਅੰਦਰ ਹੋਵੇ। ਮੈਂ ਫਿਰ ਅਰਜ਼ ਕਰਾਂ, ਜਿੰਨੀ ਜੜ ਡੂੰਗੀ ਹੋਵੇਗੀ ਉਹਨਾਂ ਰੁੱਖ ਉੱਚਾ ਵਿਕਸਿਤ ਹੋਵੇਗਾ। ਪਿਆਰਿਓ, ਜਿਨ੍ਹਾਂ ਦੀਆਂ ਜੜ੍ਹਾਂ ਕੱਟੀਆਂ ਜਾਣ ਨਾ, ਚੇਤੇ ਰੱਖਿਓ ਰੁੱਖ ਵੀ ਉੱਚੇ ਨਹੀਂ ਹੁੰਦੇ। ਮੈਨੂੰ ਯਾਦ ਹੈ ਸਵਾਮੀ ਰਾਮ ਜਪਾਨ ਗਏ, ਵਾਹਿਗੁਰੂ ਮੈਂ ਸ਼ਬਦ ਵਰਤ ਲਿਆ ਤੇ ਇਹਨੂੰ ਕੋਈ ਹੋਰ ਤਰੀਕੇ ਨਾਲ ਨਾ ਅਰਥ ਕਰ ਬਿਆ ਜੇ। ਤੇ ਉਹ ਜਿਸ ਘਰ 'ਚ ਰੁਕੇ ਸਨ, ਗਮਲੇ ਦੇ ਵਿੱਚ ਚੀਲ ਦਾ ਰੁੱਖ ਸੀ। ਤੇ ਉਹਨਾਂ ਪੁੱਛ ਲਿਆ ਜੀ ਇਹ ਰੁੱਖ, ਕਹਿਣ ਲੱਗੇ ਬਹੁਤ ਉੱਚਾ ਜਾਂਦਾ, ਪਹਾੜਾਂ 'ਤੇ ਹੋਵੇ ਤੇ ਇਹ ਸੈਂਕੜੇ ਫੁੱਟ ਅੱਗੇ ਉੱਤਾ ਜਾਏਗਾ ਸਿੱਧਾ। ਕਹਿਣ ਲੱਗੇ ਇਹ ਗਮਲੇ 'ਚ ਕਿੰਨੇ ਚਿਰ ਦਾ? ਉਹਨਾਂ ਦੱਸਿਆ ਵੀ ਖੋਰੇ ਕੋਈ ਸਾਲਾਂ ਦਾ। ਕਹਿੰਦੇ ਨੇ ਜੇ ਇਹ ਬਾਹਰ ਹੁੰਦਾ, ਤੇ ਕਹਿੰਦੇ ਜੇ ਬਾਹਰ ਹੁੰਦਾ ਤੇ ਬਹੁਤ ਉੱਚਾ ਜਾਣਾ ਸੀ ਜੀ, ਇੱਥੇ ਕਿਉਂ ਨਹੀਂ ਵਧਿਆ? ਕਹਿਣ ਲੱਗੇ ਮੈਂ ਗਮਲੇ ਦੇ ਥੱਲਿਓਂ ਇਹਦੀਆਂ ਜੜ੍ਹਾਂ ਕੱਟ ਦੇਣਾ ਵਾਂ। ਯਾਦ ਰੱਖਿਓ, ਜਿਹਦੀ ਜੜ ਡੂੰਗੀ ਨਹੀਂ ਉਹਨੇ ਉੱਚੇ ਉੱਠਣਾ ਵੀ ਨਹੀਂ। ਜਿਹਦੀ ਜੜ ਧੁਰ ਅੰਦਰ ਸ਼ਬਦ ਦੀ ਪ੍ਰੀਤ ਮੁਹੱਬਤ ਹੈ ਪਿਆਰਿਓ, ਜਿੰਨੀ ਜੜ ਅੰਦਰ ਹੈ ਉਹਨਾਂ ਉਹਦੀ ਸੁਰਤ ਉੱਚੀ ਨਾਮ ਜੁੜਦੀ ਹੈ। ਅੰਦਰ ਪ੍ਰੀਤ ਹੈ ਤਾਂ ਗੁਰੂ ਸਾਹਿਬ ਜੀ ਦਾ ਇਹ ਬਚਨ, ਗੁਰੂ ਜੀ ਕਹਿ ਰਹੇ ਆ ਕਿ ਚਿੱਤ ਸਿਮਰਨ ਕਰੂੰ, ਨੈਣ ਅਵਲੋਕਨੋਂ, ਸਰਵਣ ਬਾਣੀ ਸੋ ਜਸ ਪੂਰ ਰਾਖੋਂ, ਮਨ ਸੋ ਮਦਕਰ ਕਰੂੰ, ਚਰਨ ਹਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਭਾਖੂੰ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਅੰਤਰ ਗੁਰ ਆਰਾਧਨਾ। ਜੇ ਅੰਦਰ ਪ੍ਰੀਤ ਹੋਵੇਗੀ ਜ਼ਬਾਨ ਜ਼ਰੂਰ ਬੋਲੇਗੀ। ਜਿਹੜੇ ਇਹ ਸੱਜਣ ਕਹਿੰਦੇ ਆ ਨਾ ਜੀ ਸਾਡੇ ਅੰਦਰ ਸਿੱਖੀ ਹੈ, ਅਸੀਂ ਅੰਦਰੋਂ ਪੂਰੇ ਸਿੱਖ ਹਾਂ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਕੋਈ ਸ਼ੱਕ ਨਹੀਂ, ਜਿਹੜਾ ਬੰਦਾ ਗੁਰੂ ਘਰ ਆ ਰਿਹਾ ਹੈ ਨਾ,
ਸੇਵਾ ਕਰ ਰਿਹਾ, ਮੱਥਾ ਟੇਕ ਰਿਹਾ, ਬਾਣੀ ਪੜ੍ਹ ਰਿਹਾ, ਉਹਦੇ ਧੁਰ ਅੰਦਰ ਧਰਮ ਦਾ ਕਿਤੇ ਨਾ ਕਿਤੇ ਅੰਸ਼ ਜ਼ਰੂਰ ਪਿਆ ਹੋਇਆ ਹੈ। ਉਹ ਐਵੇਂ ਨਹੀਂ। ਪੰਜਾਬ ਵਿੱਚ ਤੁਸੀਂ ਦੇਖਦੇ ਹੋ ਜਦੋਂ ਕੋਈ ਗੁਰੂ ਸਾਹਿਬ ਜੀ ਦੀ ਪੰਥ ਦੀ ਗੱਲ ਚੱਲਦੀ ਹੈ, ਉਹ ਲੋਕ ਕਿਵੇਂ ਬਾਹਰ ਆ ਖਲੋਂਦੇ ਆ। ਇਹਦਾ ਮਤਲਬ ਉਹਨਾਂ ਦੇ ਧੁਰ ਅੰਦਰ ਉਹ ਪਿਆ ਹੋਇਆ ਹੈ, ਪਰ ਫਿਰ ਵੀ ਉਹਨੂੰ ਵਿਕਸਿਤ ਕਰਨ ਵਾਸਤੇ, ਉਹਨੂੰ ਪ੍ਰਫੁੱਲਿਤ ਕਰਨ ਦੇ ਲਈ ਬਾਹਰ ਦਾ ਹੋਣਾ ਵੀ ਅਤ ਜ਼ਰੂਰੀ ਹੈ। ਮੈਂ ਤਾਂ ਇੱਥੇ ਕਿਹਾ ਵੀ ਚਿੱਤ ਸਿਮਰਨ ਕਰੂੰ ਅੰਦਰ ਹੈ ਤੇ ਅੱਖਾਂ ਕੰਨ, ਇਹ ਸਾਰਾ ਜ਼ਿਕਰ ਭਗਤ ਰਵਿਦਾਸ ਸਾਹਿਬ, ਗੁਰੂ ਅਰਜਨ ਸਾਹਿਬ ਕਹਿੰਦੇ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤ ਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ, ਜਿਨ ਅੰਤਰ ਹਰ ਹਰ ਪ੍ਰੀਤ ਹੈ। ਚਿੱਤ ਸਿਮਰਨ ਕਰੂੰ ਅੰਤਰ ਗੁਰ ਆਰਾਧਨਾ। ਮਹਾਰਾਜ ਕਹਿੰਦੇ ਉਹ ਸਿਆਣੇ ਨੇ, ਉਹ ਸੁਗੜ ਨੇ। ਇੱਕ ਬਚਨ ਹੋਰ ਕਰਕੇ ਕਿ ਜਿਨ੍ਹਾਂ ਦੇ ਅੰਦਰ ਪ੍ਰੀਤ ਹੈ, ਉਸ ਪ੍ਰੀਤ ਨੂੰ ਕੋਈ ਵੀ ਨਹੀਂ ਮਿਟਾ ਨਹੀਂ ਸਕਦਾ ਜੀ। ਦੁਨੀਆ ਦੀ ਕੋਈ ਰੁਕਾਵਟ, ਦੁਨੀਆ ਦਾ ਕੋਈ ਵਿਘਨ, ਦੁਨੀਆ ਦੀ ਕੋਈ ਔਕੜ, ਦੁਨੀਆ ਦਾ ਕੋਈ ਦੁੱਖ, ਦੁਨੀਆ ਦਾ ਕੋਈ ਮੁਸੀਬਤ ਉਹਨਾਂ ਬੰਦਿਆਂ ਨੂੰ ਪ੍ਰੀਤ ਤੋਂ ਰੋਕ ਨਹੀਂ ਸਕਦੀ। ਸਵਾਲ ਹੀ ਨਹੀਂ ਪੈਦਾ ਹੁੰਦਾ ਉਹਨੂੰ। ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੰਝਾਤਾ ਸਾਈਂ, ਝੜ ਝੜ ਪਾਉਂਦੇ ਕੱਚੇ ਬਿਰੀ। ਇਹ ਵੀ ਦੋਨਾਂ ਦੇ ਅਰਥ ਨੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਕੱਚੇ, ਤੇ ਰੱਤੇ ਦਰ ਤੇ ਜਿਨ ਅੰਤਰ ਹਰ ਹਰ ਪ੍ਰੀਤ ਹੈ। ਮਹਾਰਾਜ ਕਹਿੰਦੇ ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਹੜੇ ਰੱਤੇ ਨੇ ਉਹ ਮੂੰਹ ਨਹੀਂ ਮੋੜਦੇ। ਜਿੰਨੀ ਸੰਝਾਤਾ ਸਾਈਂ, ਝੜ ਝੜ ਪਾਉਂਦੇ ਕੱਚੇ ਬਿਰਖੀ, ਜਿੰਨਾ ਕਾਰ ਨਾ ਆਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਧੁਰ ਅੰਤਰ ਪ੍ਰੀਤ ਹੈ। ਇਸੇ ਤਰ੍ਹਾਂ ਮੈਂ ਚਲੋ ਭਗਤ ਜੀ ਦੇ ਅੱਜ ਬਚਨ ਲੈ ਰਿਹਾ, ਉਹਨਾਂ ਦੇ ਸਾਹਮਣੇ ਆ ਗਈ ਬਾਣੀ ਦਾ ਸੁਰਤ 'ਚ। ਮਹਾਰਾਜ ਇੱਕ ਬਚਨ ਕਹਿੰਦੇ ਨੇ, ਜੋ ਤੁਮ ਗਿਰਵਰ ਤੋ ਹਮ ਮੋਰਾ। ਮੈਂ ਤਾਂ ਸ਼ਬਦ ਲਿਆ ਹੈ, ਵੈਸੇ ਗਿਰਵਰ ਦੇ ਅਰਥ 2-3-4 ਨੇ ਜੀ। ਇੱਕ ਗਿਰਵਰ ਦਾ ਅਰਥ ਹੈ ਪਹਾੜ, ਇੱਕ ਗਿਰਵਰ ਦਾ ਅਰਥ ਹੈ ਕਿ ਬਿਲਕੁਲ ਹਰਾ, ਜਿਹੜਾ ਉੱਤੋਂ ਹਰਿਆਵਲ ਨਾਲ ਢੱਕਿਆ ਹੋਇਆ ਹੈ। ਉਂਝ ਜਦੋਂ ਗਿਰਵਰ ਤੇ ਮੋਰ ਦੀ ਗੱਲ ਕਰਨੇ ਆ ਨਾ, ਅਰਥ ਤਕਰੀਬਨ ਕਈ ਸੱਜਣਾ ਨੇ ਇਹ ਕੀਤੇ ਨੇ, ਜੋ ਤੋਂ ਅਸੀਂ ਵੀ ਕਰਦੇ ਰਹੇ, ਜੋ ਤੁਮ ਗਿਰਵਰ। ਗਿਰਵਰ ਦਾ ਅਰਥ ਪਹਾੜ। ਪਰ ਭਾਈ ਕਾਨ ਸਿੰਘ ਨਾਭਾ ਨੇ ਇੱਕ ਸ਼ਬਦ ਵਰਤਿਆ ਵਾਰ ਗਿਰ, ਉੱਥੇ ਅਰਥ ਕਰਦੇ ਆ ਗਿਰਵਰ ਦਾ ਅਰਥ ਬੱਦਲ। ਤੇ ਇਹ ਬੜਾ ਸੋਹਣਾ ਢੁਕਦਾ ਹੈ, ਕਿਉਂਕਿ ਜੇ ਬੱਦਲ ਦੀ ਗੱਲ ਚੱਲੇਗੀ ਤੇ ਮੋਰ ਪਹਿਲਾਂ ਪਾਉਂਦਾ ਹੈ। ਭਾਈ ਸਾਹਿਬ ਨੇ ਲਿਖਿਆ ਮੋਰ ਬੱਬੀਏ ਬੋਲਦੇ ਵੇਖ ਬੱਦਲ ਕਾਲੇ। ਉੱਥੇ ਗਿਰਵਰ ਦਾ ਅਰਥ ਬੱਦਲ ਕਰਾਂਗੇ ਤੇ ਬੜਾ ਢੁਕਵਾਂ ਹੈ। ਭਾਈ ਕਾਨ ਸਿੰਘ ਨਾਭਾ ਉਹਨਾਂ ਨੇ ਅਰਥ ਕੀਤਾ ਹੈ, ਜੋ ਤੁਮ ਗਿਰਵਰ, ਜੇ ਤੂੰ ਬੱਦਲ ਹੈ ਤੋ ਹਮ ਮੋਰਾ, ਅਸੀਂ ਮੋਰ ਹਾਂ। ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ, ਜਿਨ ਅੰਤਰ ਹਰ ਹਰ ਪ੍ਰੀਤ ਹੈ। ਇਹ ਹੈ ਅੰਦਰ ਦੀ ਪ੍ਰੀਤ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭੈ ਚਕੋਰਾ, ਜੋ ਤੁਮ ਦੀਵਰਾ ਤੋ ਹਮ ਜਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਤੂੰ ਦੀਵਾ ਬਣ, ਅਸੀਂ ਬੱਤੀ ਬਣ ਕੇ ਪਿਆਰ ਬਰਾਂਗੇ। ਤੂੰ ਤੀਰਥ ਤੇ ਜਾ, ਤੀਰਥ ਬਣ, ਅਸੀਂ ਯਾਤਰੀ ਬਣ ਕੇ ਆਵਾਂਗੇ। ਕਿਉਂਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗਤੋਰੀ। ਮੇਰੀ ਸਿਰਫ ਇੱਕ ਬੇਨਤੀ, ਮੈਂ ਜ਼ੋਰ ਤਾਂ ਇੱਥੇ ਜ਼ਿਆਦਾ ਲਾਤਾ ਤੁਕ ਤੇ। ਇੱਕ ਹੈ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ। ਅੱਜ ਦਾ ਬਚਨ ਹੈ ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ। ਜਿਨ੍ਹਾਂ ਦੇ ਅੰਦਰ ਹਰੀ ਦੀ ਪ੍ਰੀਤ ਹੈ। ਮਹਾਰਾਜ ਕਹਿੰਦੇ ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਉਹ ਸੇਵਕ, ਉਹ ਦਾਸ। ਜਨ ਦਾ ਅਰਥ ਦਾਸ ਕਰ ਲਈਏ, ਕਿਉਂਕਿ ਬਾਣੀ ਵਿੱਚ ਜਨ ਦਾ ਅਰਥ ਇਸਤਰੀ ਵੀ ਆਇਆ। ਜਿਵੇਂ ਅਸੀਂ ਪੜ੍ਹਨੇ ਹਾਂ ਜਨ ਪਿਸਰ, ਉੱਥੇ ਜਨ ਦਾ ਅਰਥ ਇਸਤਰੀ, ਇੱਥੇ ਜਨ ਦਾ ਅਰਥ ਦਾਸ। ਤੇ ਜਨ ਉਹ ਸੇਵਕ, ਸੁਗੜ ਸਿਆਣੇ ਰਾਮ ਰਾਜੇ। ਮੈਂ ਇਹਨਾਂ ਦੋ ਸ਼ਬਦਾਂ ਤੇ ਵੀ ਸੰਗਤ ਜੀ ਅੱਜ ਥੋੜ੍ਹਾ ਜਿਹਾ ਟਾਈਮ ਲਾਉਣਾ ਚਾਹੁੰਦਾ। ਇੱਕ ਸੁਗੜ ਤੇ ਇੱਕ ਸਿਆਣੇ। ਉਹ ਸੁਗੜ ਨੇ, ਮੈਂ ਅਰਥ ਕੀਤਾ, ਸੁਗੜ ਦਾ ਅਰਥ ਹੈ ਸੁਘੜ, ਜਿਹੜੇ ਬੰਦਿਆਂ ਦਾ ਜੀਵਨ ਚੰਗੀ ਤਰ੍ਹਾਂ ਸ੍ਰੇਸ਼ਟ ਘੜਿਆ ਗਿਆ। ਜਦੋਂ ਅੱਜ ਇਹ ਸ਼ਬਦ ਦਾਸ ਦੇ ਸਾਹਮਣੇ ਆਇਆ, ਸੁਘੜ ਜਿਹੜੇ ਚੰਗੀ ਤਰ੍ਹਾਂ ਘੜੇ ਗਏ, ਤੇ ਮਨ 'ਚ ਹੈ ਵੀ ਇਹ ਜਿਹੜਾ ਘੜਿਆ ਹੋਇਆ ਜੀਵਨ ਹੈ, ਇਹ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਤੀਸਰਾ ਖੰਡ ਹੈ, ਜਿਹੜਾ ਘੜਿਆ ਹੋਇਆ ਜੀਵਨ ਹੈ। ਘੜੇ ਹੋਏ ਦੀ ਕੀਮਤ ਬਹੁਤ ਪੈਂਦੀ। ਇੱਥੇ ਸੁਗੜ ਸਿਆਣੇ ਹੈ, ਘੜੇ ਹੋਏ। ਉਹ ਜਿਹੜਾ ਪਵਿੱਤਰ ਅਸੀਂ ਬਚਨ ਪੜ੍ਹਨੇ ਆ ਸਰਮ ਖੰਡ ਵਾਲਾ, ਉਹਦੀਆਂ 6 ਤੁਕਾਂ ਨੇ।
ਉਹਨਾਂ 6 ਤੁਕਾਂ ਵਾਲੇ ਖੰਡ ਵਿੱਚ ਸਤਿਗੁਰੂ ਨੇ 3 ਵਾਰੀ ਸ਼ਬਦ ਘੜੀਆ ਵਰਤਿਆ। ਇਸ ਕਰਕੇ ਬੇਨਤੀ ਕਰ ਰਹੇ ਹਾਂ, ਸੁਗੜ ਸ਼ਬਦ ਐਵੇਂ ਨਾ ਕਹਿ ਦਈਏ। ਜਿਹੜੇ ਘੜੇ ਹੋਏ ਨੇ ਕਿਹੜੇ, ਜਿਵੇਂ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਮੈਂ ਅਰਜ਼ ਕੀਤੀ 3 ਵਾਰੀ ਸ਼ਬਦ ਘੜੀਆ ਆਇਆ ਉੱਥੇ ਸਰਮਖੰਡ 'ਚ 6 ਤੁਕਾਂ ਨੇ ਤੇ 3 ਵਾਰੀ ਸ਼ਬਦ ਆਇਆ ਘੜੀਐ। ਘੜੇ ਹੋਏ ਦੀ ਕੀਮਤ ਹੈ, ਮਟੀਰੀਅਲ ਤਾਂ ਬਹੁਤ ਪਿਆ ਹੈ, ਘੜਿਆਂ ਦੀ ਕੀਮਤ ਪੈ ਜਾਂਦੀ ਜਿਹੜੇ ਚੰਗੀ ਤਰ੍ਹਾਂ ਘੜੇ ਜਾਣ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਅਸੀਂ ਗੱਡੀਆਂ ਕਾਰਾਂ ਮੋਟਰਸਾਈਕਲਾਂ ਅੱਜ ਕੱਲ੍ਹ ਇਹ ਸਭ ਕੁਝ ਮਸ਼ੀਨਾਂ ਵਰਤ ਰਹੇ ਹਾਂ, ਮਸ਼ੀਨਰੀ। ਇੱਕ ਮੰਨ ਲਓ ਤਾਂਬੇ ਦਾ ਨਿੱਕਾ ਜਿਹਾ ਪੁਰਜਾ ਹੈ ਤੇ ਵੇਟ ਉਹਦਾ 100 ਗ੍ਰਾਮ ਜਾਂ 200 ਗ੍ਰਾਮ ਕਹਿ ਲਓ, 500 ਗ੍ਰਾਮ ਕਹਿ ਲਓ। ਤੇ ਜਦੋਂ ਅਸੀਂ ਸਪੇਅਰ ਪਾਰਟ ਦੀ ਦੁਕਾਨ ਤੇ ਜਾਂਦੇ ਹਾਂ ਤੇ ਉਹਨੂੰ ਕੀ ਸਾਨੂੰ ਇਹ ਪੁਰਜ਼ਾ ਚਾਹੀਦਾ ਹੈ ਜਾਂ ਇਹ ਉਹ ਹਿੱਸਾ ਚਾਹੀਦਾ ਹੈ, ਤੇ ਉਹ ਕਈ ਵਾਰੀ ਜਦੋਂ ਕੱਢ ਕੇ ਦਿੰਦਾ ਉਹ ਕਹਿੰਦਾ ਜੀ ਇਹਦਾ 10,000 ਰੁਪਈਆ, ਇਹ 25,000 ਦਾ ਹੈ ਸਮਝਣ ਲਈ। ਤੇ ਜੇ ਬੰਦਾ ਇਹ ਬਹਿਸ ਕਰ ਲੱਗ ਪਿਆ ਹੈ ਤਾਂ ਇਹ ਪਿੱਤਲ ਤੇ ਇਹ 250 ਗ੍ਰਾਮ ਤੂੰ 25,000 ਦਾ ਲਾਈ ਪੈਣਾ, ਬਾਹਰ 25,000 ਦਾ ਪਿੱਤਲ ਜਿੰਨਾ ਮਰਜ਼ੀ ਖਰੀਦ ਲਓ, ਹੈ ਤਾਂ ਮੈਟਲ ਇੱਕੋ ਜੀ। ਅੱਗੋਂ ਉੱਤਰ ਦਿੰਦਾ, ਸਰਦਾਰ ਜੀ ਇਹ ਘੜਿਆ ਹੋਇਆ ਹੈ, ਇਹ ਘੜੇ ਹੋਏ ਵਿੱਚੋਂ ਮਸ਼ੀਨ ਚੱਲਣੀ ਹੈ। ਯਾਦ ਰੱਖਿਓ, ਜਿਵੇਂ ਘੜੇ ਹੋਏ ਧਾਤ ਦੇ ਪੁਰਜਿਆਂ ਦੀ ਕੀਮਤ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਘੜੇ ਜਾਂ ਰੱਬ ਦੇ ਘਰ ਵਿੱਚ ਵੀ ਉਹਨਾਂ ਦੀ ਕੀਮਤ ਹੁੰਦੀ ਹੈ। ਪੱਥਰ ਹੈ, ਮਾਰਬਲ ਮੰਨ ਲਓ, ਕੋਈ ਬਹੁਤ ਵੱਡਾ ਮਾਰਬਲ ਪੱਥਰ ਦਾ ਇੱਕ ਟੁਕੜਾ ਕੋਈ 1,00,000 2 ਲੱਖ ਦਾ ਲੈ ਹੁੰਦਾ ਹੈ। ਹੁਣ ਚੰਗਾ ਮੂਰਤੀਕਾਰ ਉਸ ਪੱਥਰ ਨੂੰ ਘੜਦਾ ਹੈ, ਉਸ ਵਿੱਚੋਂ ਮੂਰਤਾਂ ਕੱਢ ਦਿੰਦਾ। ਮੰਨ ਲਓ ਕੋਈ ਚੰਗੀ ਮੂਰਤ ਘੜ ਦਿੰਦਾ ਤੇ ਉਹਨੂੰ ਪੁੱਛੋ, ਕਹੇਗਾ ਇਹਦੀ ਕੀਮਤ 20 ਲੱਖ। ਅਗਲਾ ਕਹੇ ਜੀ 5 ਲੱਖ ਦਾ ਪੱਥਰ ਤੇ ਇਹਦੀ ਕੀਮਤ 20 ਲੱਖ। ਅੱਗੋਂ ਉੱਤਰ ਦੇਗਾ, ਪਿਆਰਿਆ ਇਹ ਘੜਿਆ ਹੋਇਆ, ਘੜੇ ਹੋਏ ਦੀ ਕੀਮਤ ਪੈਂਦੀ ਹੈ। ਲੱਕੜਾਂ ਤਾਂ ਲੋਕ ਬਾਲਣ ਵੀ ਬਾਲਦੇ ਆ, ਲੱਕੜ ਘੜੀ ਜਾਏ ਤੇ ਲੱਕੜ ਦੇ ਸਮਾਨ ਦੀ ਕੀਮਤ ਪੈਂਦੀ ਹੈ। ਮਿੱਟੀ ਘੜੀ ਜਾਏ, ਮਿੱਟੀ ਦੇ ਸਮਾਨ ਦੀ ਕੀਮਤ ਪੈਂਦੀ ਹੈ। ਸੋਨਾ ਘੜਿਆ ਜਾਏ, ਤਾਂਬਾ ਘੜਿਆ ਜਾਏ, ਮੈਂ ਬੇਨਤੀ ਕਰਾਂ ਲੋਹਾ ਘੜਿਆ ਜਾਏ, ਉਹਦੀ ਕੀਮਤ ਪੈਂਦੀ ਹੈ। ਜਿਹਦੇ ਬੰਦੇ ਦਾ ਅੰਦਰੋਂ ਜੀਵਨ ਘੜਿਆ ਜਾਏ ਉਹਦੀ ਕੀਮਤ ਹੀ ਕੋਈ ਨਹੀਂ ਪਾ ਸਕਦਾ। ਮਹਾਰਾਜ ਨੇ ਸਰਮਖੰਡ 'ਚ ਇਹ ਸੁਗੜ ਸਰਮਖੰਡ ਹੈ ਜਿਹੜੇ ਘੜੇ ਹੋਏ ਨੇ। ਅਰਥ ਮੈਂ ਸਿੱਧੇ ਕਰਕੇ ਜਾ ਸਕਦਾ ਸਾਂ ਸੁਗੜ, ਪਰ ਮੇਰੀ ਬੇਨਤੀ ਹੈ ਕਿ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ। ਇੱਥੇ ਗਿਆਨ ਖੰਡ ਦਾ ਅਰਥ ਕੱਲੀ ਨੌਲੇਜ ਨਹੀਂ। ਮਹਾਰਾਜ ਕਹਿੰਦੇ ਗਿਆਨ ਖੰਡ ਦੇ ਵਿੱਚ ਗਿਆਨ ਪ੍ਰਚੰਡ ਹੈ, ਚਮਕਦਾ ਪਿਆ। ਤਿੱਥੈ ਨਾਦ ਵਿਨੋਦ ਕੋਡ ਆਨੰਦ। ਵਾਹਿਗੁਰੂ ਏਡੇ ਉੱਚੇ ਬਚਨ। ਉਸ ਗਿਆਨ ਖੰਡ ਵਿੱਚ ਕੇਵਲ ਦਿਮਾਗੀ ਗਿਆਨ ਨਹੀਂ, ਨੌਲੇਜ ਨਹੀਂ, ਉੱਥੇ ਨਾਦ ਸੁਣਾਈ ਦਿੰਦਾ, ਉੱਥੇ ਕੋਡ ਕੌਤਕ ਵਰਦੇ ਪਿਆ, ਉੱਥੇ ਆਤਮਿਕ ਆਨੰਦ ਹੈ, ਉੱਥੇ ਅਨੇਕਾਂ ਤਰ੍ਹਾਂ ਦੇ ਚੋਜ ਨੇ। ਉਹ ਨੌਲੇਜ ਵਾਲਾ ਗਿਆਨ ਨਹੀਂ, ਕੇਵਲ ਇਹ ਬੁੱਧ ਗਿਆਨ ਨਹੀਂ। ਮਹਾਰਾਜ ਕਹਿੰਦੇ ਨੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ। ਅੱਗੇ ਹੈ ਸਰਮ ਖੰਡ ਕੀ ਬਾਣੀ ਰੂਪ। ਇਹ 'ਚ ਕੋਈ ਸ਼ੱਕ ਨਹੀਂ, ਸਰਮ ਲਫ਼ਜ਼ ਦੇ ਅਰਥ ਅਨੇਕਾਂ ਨੇ। ਥਕੇਵਾਂ, ਅਕਾਵਟ, ਮਿਹਨਤ, ਲੱਜਿਆ, ਸੁੰਦਰਤਾ। ਪਰ ਇਸ ਅਰਥ 'ਚ ਕੋਈ ਦਾਅਵਾ ਨਹੀਂ ਕਰ ਸਕੇਗਾ। ਮੈਂ ਤਾਂ ਕਹਿ ਰਿਹਾ ਕਿਉਂਕਿ 5 ਖੰਡਾਂ ਵਿੱਚ ਗੁਰੂ ਵਾਰ-ਵਾਰ ਇੱਕੋ ਗੱਲ ਕਹਿੰਦਾ, ਮੈਂ ਖੰਡ ਬਾਰੇ ਤੈਨੂੰ ਦੱਸ ਚੱਲਿਆ ਪਰ ਇਹਦਾ ਅੰਤ ਕੋਈ ਨਹੀਂ। ਭਾਵੇਂ ਮੈਨੂੰ ਪਤਾ ਸਾਡੇ ਪ੍ਰੋਫੈਸਰ ਸਾਹਿਬਾਨਾਂ ਨੇ ਖੰਡਾਂ ਉੱਤੇ PhD ਵੀ ਕੀਤੀ ਹੋਈ ਹੈ, ਪਰ ਫਿਰ ਵੀ ਇਹਨੂੰ ਕੋਈ ਬਿਆਨ ਥੋੜ੍ਹਾ ਕਰ ਸਕਦਾ ਹੈ ਜੀ। ਇੱਥੇ ਗੁਰੂ ਜੀ ਕਹਿੰਦੇ ਨੇ ਸਰਮਖੰਡ ਉਹ ਵੇ ਜਿਹਦੀ ਬਨਾਵਟ ਬਹੁਤ ਸੁੰਦਰ ਹੈ। ਬਾਣੀ ਦਾ ਅਰਥ ਬਨਾਵਟ, ਕਮਾਲ ਦੀ ਸ਼ਖਸੀਅਤ ਘੜੀ ਜਾਂਦੀ। ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਨੂੰ। ਪਿਆਰਿਓ ਉੱਥੇ ਉਪਮਾ ਤੋਂ ਰਹਿਤ ਘਾੜਤ ਹੈ ਜਿਹਨੂੰ ਸੁਗੜ ਕਿਹਾ ਗੁਰੂ ਰਾਮਦਾਸ ਜੀ ਨੇ। ਤੇ ਜੇ ਉਹਨੂੰ ਕੋਈ ਬਿਆਨ ਕਰਨ ਦਾ ਯਤਨ ਕਰੇ ਬਿਆਨ ਨਹੀਂ ਕਰ ਸਕਦਾ। ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆਂ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ। ਕੀ ਘੜਿਆ? ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਆਹ ਹੈ ਸੁਗੜ। ਇਹਦੇ ਅਰਥ ਕਰੀਏ ਆਪਾਂ ਸੁਗੜ ਕੌਣ ਹੈ।
ਗੱਲਾਂ ਵਾਲਾ ਸੁਗੜ ਨਹੀਂ, ਜਿਹੜਾ ਘੜਿਆ ਗਿਆ ਚੰਗੀ ਤਰ੍ਹਾਂ ਹੱਛੀ ਤਰ੍ਹਾਂ ਘਾੜਤ ਘੜੀ ਗਈ। ਕੀ ਘੜੀ ਗਈ? ਇਹ ਅੰਤःਕਰਨ ਹੈ। ਮੈਂ ਉਦੋਂ ਕਿਹਾ ਸੀ ਇੱਕ ਵਾਰੀ ਸ਼ਲੋਕਾਂ ਦੀ ਕਥਾ ਕਰਦੇ ਹਾਂ, वेदांत वाला अंतःकरण कह मन बुद्ध चित्त अहंकार। शांख शास्त्र भी तीन कह। इत्थे भाई कान सिंह हुणां जदों अर्थ कीते वो कहंदे ने सुरत मत मन बुद्ध। सुरत दा अर्थ चित्त, मत दा अर्थ ममतव हंकार, अगे मत ते अगे आ गया सुरत मत मन बुद्ध। मन संकल्प विकल्प पैदा करदा, बुद्धि निश्चा करदी है, ਤੇ ਚਿੱਤ ਜਿਹੜਾ ਉਹ ਜਮਾ ਕਰਕੇ ਰੱਖਦਾ ਖਿਆਲਾਂ ਨੂੰ ਚਿਤਵਨੀ। ਤੇ ਮੈਂ ਅਰਜ਼ ਕਰਾਂਗਾ ਹੰਕਾਰ ਜਿਹੜਾ ਹੈ ਉਹ ਸੰਸਾਰ ਵਿੱਚ ਰਿਸ਼ਤਾ ਬਣਾਉਂਦਾ ਹੈ। ਪਿਆਰਿਓ, ਇਹਦੇ ਅਰਥ ਹੋ ਗਏ ਕਿ ਉਹਨਾਂ ਦਾ ਅੰਤःਕਰਨ ਬਿਲਕੁਲ ਘੜਿਆ ਗਿਆ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਪਿਆਰਿਓ, ਉਹਨਾਂ ਦੀ ਉਹ ਅਵਸਥਾ ਹੈ ਜਿਹੜੇ ਦੇਵਤਿਆਂ ਦੀ ਸਿੱਧਾਂ ਦੀ महाराज कहते ने सरमखंड इन्नी उच्ची सुरत घड़ी जाती है। इन्हों सतगुरु ने सुगड़ किया है। जिन अंतर हर हर प्रीत है ते जन सुगड़। ये 18वीं पौड़ी भी टुकेगी सुगड़ ते कि तिथै घड़ी है शब्द सच्ची टकसाल। ये सुगड़ का अर्थ मैं तां रोक के कर रहा कि गुरबाणी का एक एक लफ्ज़ जिहड़ा वो इन्नी गहराई लैके बैठा है, बस ਉਹਦਾ ਪਾਰਾਵਾਰ ਹੀ ਕੋਈ ਨਹੀਂ। ਇੱਥੇ ਸਤਿਗੁਰੂ ਨੇ ਕਿਹਾ ਕਿ ਜਿਨ੍ਹਾਂ ਅੰਦਰ ਪ੍ਰੀਤ ਹੈ, ਇੱਕ ਤਾਂ ਸੁਗੜ ਨੇ ਤੇ ਦੂਜੇ ਕਿਹਾ ਉਹ ਸਿਆਣੇ ਨੇ। ਮੇਰੇ ਮਨ 'ਚ ਫੇਰ ਆਇਆ, ਇੱਕ ਪਾਸੇ ਗੁਰੂ ਕਹਿੰਦਾ ਸਿਆਣਾ ਬੰਦੇ ਦੇ ਗਲ 'ਚ ਜਮਾਂ ਦੀ ਫਾਈ ਪੈਣੀ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇਹ ਵੀ ਸਿਆਣਪ ਹੈ। ਤੇ ਇੱਥੇ ਮਹਾਰਾਜ ਸਿਆਣੇ ਕਹਿ ਰਹੇ। ਜਾਂ ਅਸੀਂ ਗੁਰੂ ਜੀ ਦਾ ਪਾਠ ਕਰਨੇ, ਗੁਰਮਤਿ ਸਾਚੀ ਖੁਜਤ ਦੂਰ। ਗੁਰੂ ਦੀ ਮੱਤ ਹੀ ਸੱਚੀ ਹੈ। ਜਿੰਨੀਆਂ ਖੁਜਤਾਂ ਕਰੇਗਾ, ਜਿੰਨੇ ਤਰਕ ਕਰੇਗਾ, ਜਿੰਨੇ ਕਟਾਕਸ਼ ਕਰੇਗਾ, ਜਦੋਂ ਇੱਕ ਵਾਰੀ ਮੱਥਾ ਟੇਕ ਹੀ ਦਿੱਤਾ ਫਿਰ ਖੁਜਤਾਂ ਕਾਹਦੇ ਲਈ ਕਰਨਾ ਹੋ ਮਣਾ। ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ। ਭਾਈ ਖੁਜਤ ਦੂਰੀ ਬਣਾਉਂਦੀ ਏ, ਗੁਰੂ ਦੀ ਮੱਤ ਮੰਨੀਏ ਤੇ ਨੇੜਤਾ ਹੁੰਦੀ ਹੈ। मैं थोड़ा जे दे विचों अर्ज कर दियाँ, जिन्हें अंदर प्रीत है वो खुजता नहीं करता। गुरु ने जो कह दिता, जो पता है मेरा गुरु समर्थ, फिर वो खुजता वाली सियाणप नहीं ਉਹਦੇ ਕੋਲ, ਉਹਦੇ ਵਿੱਚੋਂ ਘੜੇ ਹੋਏ ਜੀਵਨ ਵਾਲੀ ਸਿਆਣਪ ਹੈ। ਇਸੇ ਕਰਕੇ ਗੁਰੂ ਜੀ ਨੇ ਸੋ ਘੜ ਤੋਂ ਬਾਅਦ ਸ਼ਬਦ ਵਰਤਿਆ ਹੈ ਸਿਆਣੇ। ਪਹਿਲਾਂ ਨਹੀਂ ਕਿਹਾ। ਜਿਹੜੇ ਘੜਿਆਂ ਹੋਇਆਂ ਵਿੱਚੋਂ ਸਿਆਣਪ ਨਿਕਲੀ ਹੈ, जिन्हों गुरु जी ने कहा कि वो अवस्था तिथै सोहण पंच प्रवान, वो घड़े कोई सोहने सुगड़ जिन्हां दे जीवन घड़े ने। हजूर कहते हैं गुरमत जिहड़ी सच्ची है खुजत दूर कर दी है, बहुत सियाणप लागै धूर। इस तुक नूं बिर सुनियो, बहुत सियाणप, जिन्नी सियाणप वरतै बंदे दे अंदर मैल लगदी, धूर लगदी। पर प्यारिओ, जिहदे अंदर प्रीत है, महाराज कहते हैं ਉਹਦਾ ਜੀਵਨ ਘੜਿਆ, ਉਹ ਅੱਤ ਦਾ ਸੋਝੀ ਵਾਲਾ ਹੈ, ਉਹ ਸਿਆਣਾ ਹੈ। ਉਹ ਸਿਆਣਪ ਸੁਗੜਤਾ ਵਿੱਚੋਂ ਨਿਕਲਦੀ ਹੈ, ਘੜੇ ਕੋਈ ਜੀਵਨ ਵਿੱਚੋਂ ਨਿਕਲਦੀ ਹੈ, ਉਹ ਗੱਲਾਂ ਚੋਂ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਉਹ ਕਪਟੀ ਨਹੀਂ, ਉਹ ਸਿਆਣੇ ਨੇ। ਪ੍ਰੀਤ, ਮੈਂ ਫਿਰ ਉਸ ਸ਼ਬਦ ਤੇ ਅਰਥ ਕਰਕੇ ਅੱਗੇ ਤੁਕ ਤੇ ਚੱਲਦੇ। ਜਿਹੜੇ ਘੜੇ ਹੋਏ ਨੇ ਨਾ, ਉਹ ਸਮਰਪਿਤ ਹੀ ਰਹਿੰਦੇ ਆ। ਘੜੇ ਹੋਏ ਹਰ ਹਾਲਤ ਵਿੱਚ ਪਿਆਰ ਕਰਦੇ ਆ। ਮੈਂ ਹੁਣੇ ਅਰਜ਼ ਕੀਤੀ, ਕਪਟੀ ਜਿਹੜਾ ਉਹ ਕੁਸੰਬੜਾ ਹੈ, ਅੰਤਰ ਪ੍ਰੀਤ ਵਾਲਾ ਜਿਹੜਾ ਉਹ ਮਜੀਠ ਹੈ। ਉਹਦੇ ਅੰਦਰ ਮੁਹੱਬਤ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਕੱਲ੍ਹ ਵੀ ਮੈਂ ਜ਼ਿਕਰ ਕੀਤਾ, ਅੱਜ ਵੀ ਇੱਕ ਮੈਂ ਘਟਨਾ ਆਪਣਾ ਸਾਂਝੀ ਕਰਨਾ। ਕਈ ਵਾਰੀ ਵੈਸੇ ਕਥਾ 'ਚ ਜਿਹੜੇ ਸੰਗਤ ਸੁਣਦੀ ਹੈ ਉਹਨਾਂ ਨੂੰ ਪਤਾ ਹੈ ਕਿ ਜਦੋਂ ਮਸੰਦ ਜੀਵਨ ਤੋਂ ਡਿੱਗ ਪਏ ਨਾ, ਤੇ ਇਹ ਗੱਲ ਯਾਦ ਰੱਖਿਓ, ਇਹ ਸੰਸਾਰ ਦੀ ਇੱਕ ਰੱਬ ਨੇ ਇਹੋ ਜੀ ਖੇਡ ਬਣਾਈ ਏ, ਜਿਹੜੀ ਲਹਿਰ ਕਿਸੇ ਸੁਧਾਰ ਵੇਲੇ ਲਈ ਪੈਦਾ ਹੁੰਦੀ ਏ, ਸਮਾਂ ਪਾ ਕੇ ਉਹ ਖੁਦ ਹੀ ਉਸ ਤਰ੍ਹਾਂ ਭ੍ਰਸ਼ਟ ਹੁੰਦੀ ਏ ਜਿਹਦੇ ਵਾਸਤੇ ਇਹ ਪੈਦਾ ਹੋਈ ਹੁੰਦੀ ਹੈ। ਇਹ ਸੱਚ ਹੈ। ਜਿਹੜੀ ਵੀ ਲਹਿਰ ਸੁਧਾਰ ਲਈ ਪਿਛਲਿਆਂ ਦੇ ਭ੍ਰਸ਼ਟ ਜੀਵਨ ਨੂੰ, ਪਿਛਲਿਆਂ ਦੇ ਮਾੜੇ ਜੀਵਨ ਨੂੰ
ਨਾ ਪ੍ਰਵਾਨ ਕਰਦੀ ਹੋਈ ਨਵੀਂ ਸੋਚ ਲੈ ਕੇ ਆਉਂਦੀ ਹੈ। ਕੁਝ ਸਮੇਂ ਬਾਅਦ ਉਹ ਲਹਿਰ ਵੀ ਉਸ ਤਰ੍ਹਾਂ ਭ੍ਰਸ਼ਟ ਹੋ ਜਾਂਦੀ ਜਿਵੇਂ ਪਿਛਲਿਆਂ ਦਾ ਜੀਵਨ ਭ੍ਰਸ਼ਟ ਹੋਇਆ ਹੁੰਦਾ ਹੈ। ਇਹ ਮੈਂ ਸਾਰੇ ਨਹੀਂ ਕਹਾਂਗਾ, ਤਕਰੀਬਨ ਮੈਨੂੰ ਯਾਦ ਹੈ ਇਹ ਗੱਲ ਕਹੀ ਸੀ ਗੁਰਮੁਖ ਮਹਾਂਪੁਰਖ ਨੇ। ਜਦੋਂ ਮਹੰਤ ਕੱਢੇ, ਵਾਕਈ ਉਹਨਾਂ ਮਹੰਤਾਂ ਵਿੱਚ ਪਾਪ ਸਨ, ਕੁਕਰਮ ਸਨ। ਅਗਲੇ ਸਾਲ ਨਨਕਾਣਾ ਸਾਹਿਬ ਦਾ ਸਾਕਾ ਆ ਰਿਹਾ, ਜੋ ਨਰੈਣੂ ਨੇ ਕੀਤਾ ਉਹ ਕਿਸੇ ਤੋਂ ਭੁੱਲਿਆ ਨਹੀਂ। ਪਰ ਇਹ ਜਿਹੜੀ ਲਹਿਰ ਉੱਠੀ, ਇਹ ਸੁਧਾਰ ਕਰਨਾ ਹੈ, ਸੱਚੀ ਮੁੱਚੀ ਸੁਧਾਰ ਹੋਇਆ। ਪਰ ਸਮਾਂ ਪਾ ਕੇ, ਵਕਤ ਪਾ ਕੇ ਜਿਹੜੇ ਭ੍ਰਸ਼ਟ ਲੋਕਾਂ ਨੂੰ ਕੱਢਣ ਵਾਸਤੇ ਮੂਵਮੈਂਟ ਬਣੀ, ਉਹ ਖੁਦ ਮੂਵਮੈਂਟ ਵੀ ਫਿਰ ਭ੍ਰਸ਼ਟ ਹੋਣੀ ਸ਼ੁਰੂ ਹੋ ਜਾਂਦੀ। ਫਿਰ ਰੱਬ ਕੀ ਕਰਦਾ, ਨਵੇਂ ਵਰਤਾਰੇ ਵਰਤਾਉਣ ਲੱਗ ਪੈਂਦਾ। ਮੈਂ ਇਸ ਕਰਕੇ ਇੱਕ ਬੇਨਤੀ ਕਰਾਂਗਾ, ਤੇ ਹਰ ਬੰਦਾ ਮਾੜਾ ਨਹੀਂ ਹੁੰਦਾ, ਸਭ ਨੂੰ ਇੱਕ ਰਸੇ ਮਤ ਬਣੀਏ। ਮੈਂ ਜਿਹੜੀ ਅੱਜ ਗੱਲ ਕਰ ਲੱਗਾ, ਅੰਤਰਪ੍ਰੀਤ ਹੈ, ਉਹ ਸਿਆਣਾ ਹੈ, ਉਹ ਸੁਗੜਕ ਹੈ। ਸਾਰੇ ਮਸੰਦ ਸਿਸਟਮ ਨੂੰ ਖਤਮ ਕੀਤਾ ਗੁਰੂ ਕਲਗੀਧਰ ਜੀ ਨੇ। ਤੇ ਜਦੋਂ ਪੁੱਛਿਆ ਤੇ ਨੱਕੇ ਦਾ ਮਸੰਦ ਭਾਈ ਸੰਗਤ ਸਾਹਿਬ, ਜਿਹਨੂੰ ਬਾਬਾ ਫੇਰੂ ਸਾਹਿਬ ਜੀ ਅਸੀਂ ਕਹਿੰਦੇ, ਕਹਿੰਦੇ ਨੇ ਮਹਾਰਾਜ ਉਹ ਤਾਂ ਕਦੀ ਆਇਆ ਹੀ ਨਹੀਂ, ਨਾ ਦਸਵੰਧ ਦੀ ਮਾਇਆ, ਕਦੀ ਨਹੀਂ ਆਇਆ। ਹਜ਼ੂਰ ਨੇ ਭਾਈ ਆਲਮ ਸਿੰਘ ਦੇ ਨਾਲ ਸਿੱਖ ਭੇਜੇ। ਚਲੋ ਗੁਰੂ ਕੀਆਂ ਸਾਖੀਆਂ ਵਿੱਚ ਤਾਂ ਬਹੁਤ ਕੁਝ ਲਿਖਿਆ ਵੀ ਇਹਦੀਆਂ ਮੁਸ਼ਕਾਂ ਬੰਨ੍ਹ ਕੇ ਲਿਆਇਆ ਜੀ, ਬਹੁਤ ਕੁਝ ਲਿਖਿਆ। ਪਰ ਜਦੋਂ ਇਹ ਲੈਣ ਗਏ ਨਾ ਜੀ, ਉਹਨਾਂ ਦੇ ਸਥਾਨ ਤੇ ਪਹੁੰਚੇ ਤੇ ਪੁੱਛਿਆ ਬਾਬਾ ਫੇਰੂ ਕਿੱਥੇ ਗਏ? ਉਹ ਕਹਿਣ ਲੱਗੇ ਉਹ ਦੁਪਹਿਰੇ ਥੋੜ੍ਹੇ ਜਿਹੇ ਇਕਾਂਤ ਵਿੱਚ ਚਲੇ ਜਾਂਦੇ ਆ। ਜਦੋਂ ਆਏ, ਮਜੀਠੀ ਝੋਲਾ ਪਾਇਆ ਉਹਨਾਂ, ਤੇ ਉਹਨਾਂ ਦੀ ਜੀਵਨ ਹੀ ਇੰਨਾ ਪ੍ਰਭਾਵਿਤ ਕਰ ਗਿਆ, ਜਿਹੜੇ ਬੰਨ੍ਹ ਕੇ ਲਿਜਾਣ ਆਏ ਉਹਨਾਂ ਦੇ ਹੱਥ ਜੁੜ ਗਏ, ਉਹ ਸੇਵਾ ਕਰਨ ਲੱਗ ਪਏ। ਜਦੋਂ ਹੁਕਮ ਪੜਿਆ, ਮੁੱਕਦੀ ਗੱਲ ਕੀ, ਤੇ ਉਹਦੇ 'ਚ ਇਹ ਲਿਖਿਆ ਸੀ ਵੀ ਇਸ ਢੰਗ ਨਾਲ ਇਹਨੂੰ ਪਕੜ ਕੇ ਲਿਆਓ। ਭਾਈ ਫੇਰੂ ਦੇ ਨੇਤਰ ਭਰਾਏ। ਮੈਂ ਬੇਨਤੀ ਕਰ ਲੱਗਾ, ਜਿਹੜਾ ਦਿਲੋਂ ਮੁਹੱਬਤ ਕਰਦਾ, ਹਾਲਾਂਕਿ ਉਹ ਮਸੰਦ ਗੁਰੂ ਹਰ ਰਾਏ ਸਾਹਿਬ ਦੇ ਵੇਲੇ ਦਾ ਹੈ, ਭਾਈ ਫੇਰੂ ਸੰਗਤ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ। ਉਹਨੇ ਇਹ ਨਹੀਂ ਸੋਚਿਆ ਮੈਂ ਬੜਾ ਪੁਰਾਣਾ ਹਾਂ। ਉਹਨੇ ਸਿੱਖਾਂ ਨੂੰ ਕਿਹਾ ਜਿਵੇਂ ਗੁਰੂ ਜੀ ਨੇ ਕਿਹਾ, ਮੈਨੂੰ ਉਸੇ ਹਾਲਤ ਵਿੱਚ ਬੰਨ੍ਹ ਕੇ ਤੁਸੀਂ ਲਿਜਾ ਸਕਦੇ ਹੋ। ਭਾਈ ਫੇਰੂ ਨੂੰ ਲੈ ਕੇ ਆ ਗਏ। ਜਦੋਂ ਮਹਾਰਾਜ ਦੇ ਭਰੇ ਦਰਬਾਰ 'ਚ ਆਏ ਨਾ, ਬਜ਼ੁਰਗ ਬੰਦਾ, ਚਿਹਰਾ ਐ ਦਗ ਦਗ ਕਰਦਾ, ਨਾਮ ਸਿਮਰਨ 'ਚ ਭਿੱਜੀ ਰੂਹ, ਮਹਾਰਾਜ ਦੇ ਦਰਬਾਰ 'ਚ ਪੇਸ਼ ਕੀਤਾ। ਉਹਨਾਂ ਨੇ ਆਪਣੀ ਦਾੜੀ ਦੋਨਾਂ ਹੱਥਾਂ ਨਾਲ ਪਕੜ ਲਈ। ਜਦੋਂ ਦਾੜੀ ਪਕੜੀ, ਮਹਾਰਾਜ ਨੇ ਕਿਹਾ ਮੁੰਸ਼ੀ ਨੂੰ ਜਾਂ ਜਿਹੜਾ ਲੇਖਾ ਜੁਕਾ, ਦੇਖੋ ਇਹ ਮਾਇਆ ਕਦੋਂ ਦੀ ਆਈ। ਉਹ ਸਾਰੀਆਂ ਵਹੀਆਂ ਪੁਰਾਣੀਆਂ ਫੋਲੀਆਂ, ਮਹਾਰਾਜ ਤੇ ਕਦੇ ਮਾਇਆ ਹੀ ਨਹੀਂ ਆਈ। ਉਹਨੇ ਦਾੜੀ ਹੱਥ 'ਚ ਪੜੀ ਤੇ ਪ੍ਰੇਮ 'ਚ ਰੋ ਪਿਆ। ਉਹਦੇ ਅਥਰੂ ਉਹਦੀਆਂ ਗੱਲਾਂ ਤੋਂ ਉਹਦੇ ਦਾੜੇ ਤੇ ਡਿੱਗੇ। ਗੁਰੂ ਗੋਬਿੰਦ ਸਿੰਘ ਜੀ ਦੇ ਨੇਤਰ ਬੰਦ ਹੋਏ। ਹਜ਼ੂਰ ਨੇ ਦੇਖਿਆ, ਫਿਰ ਨੇਤਰ ਬੰਦ ਕੇ ਦੇਖਿਓ ਨੇ। ਸੰਗਤ ਜੇ ਮਨ ਸੀ ਪਤਾ ਨਹੀਂ ਕੀ ਬਣੇਗਾ, ਪਰ ਜਦੋਂ ਉਹਨੂੰ ਖਲੋਤੇ ਨੂੰ ਦੇਖ ਰਹੇ ਸਨ ਤੇ ਮਨ ਸੀ ਇਹ ਬੰਦਾ ਸ਼ੁੱਧ ਹੈ, ਪਵਿੱਤਰ ਹੈ। ਇੰਨੀ ਨਿਮਰਤਾ 'ਚ ਇਹ ਡਰ ਕੇ ਨਹੀਂ ਰੋ ਰਿਹਾ, ਭੈ ਕਰਕੇ ਨਹੀਂ, ਇਹ ਨਿਰਮਲ ਭੈ ਕਰਕੇ। ਮਹਾਰਾਜ ਇੱਕੋ ਦਮ ਸਿੰਘਾਸਨ ਤੋਂ ਉੱਠੇ ਤੇ ਉਹਦੇ ਹੱਥ ਦਾੜੇ ਤੋਂ ਛਡਾ ਕੇ ਕੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਕਹਿੰਦੇ ਆ, ਇਹਦੀਆਂ ਵਹੀਆਂ, ਇਹਦੇ ਕਾਗਜ਼ ਬੰਦ ਕਰ ਦਿਓ। ਇਹਦਾ ਹਿਸਾਬ ਕਿਤਾਬ ਸਾਡੇ ਸੀਨੇ ਤੇ ਲਿਖਿਆ ਹੋਇਆ, ਕਾਗਜ਼ਾਂ ਤੇ ਨਹੀਂ। ਇਹਨੇ ਬੜੀ ਸੇਵਾ ਕੀਤੀ। ਸਾਡਾ ਇਤਿਹਾਸ ਕਹਿੰਦਾ ਮਹਾਰਾਜ ਨੇ 5 ਬਖਸ਼ਾਂ ਕੀਤੀਆਂ ਉਹਦੇ ਤੇ। ਮੈਂ ਥੋੜ੍ਹੀ ਜਿਹੀ ਬੇਨਤੀ ਤਾਂ ਕਰ ਲੱਗਾ, ਜਿਨ੍ਹਾਂ ਦੇ ਜੀਵਨ ਘੜੇ ਨੇ, ਅੰਦਰ ਪ੍ਰੀਤ ਹੈ, ਉਹ ਸਿਆਣੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ 5 ਬਖਸ਼ਾਂ ਕੀਤੀਆਂ। ਪਹਿਲੀ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਵਿੱਚ ਕੋਈ ਪਾਪ ਕੋਈ ਮੈਲ ਨਹੀਂ, ਤੂੰ ਪ੍ਰੇਮ 'ਚ ਭੀਜੈ। ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਜਗ ਤੁਲਹਾ ਭਾਰੀ। ਕਰਨੀ ਸਾਰੀ ਦਾ ਅਰਥ ਤੇਰਾ ਜੀਵਨ ਪ੍ਰੇਮ 'ਚ ਹੀ ਭੀਜਿਆ, ਕਤਨੀ ਨਹੀਂ, ਕਪਟ ਨਹੀਂ। ਤੂੰ ਤਾਂ ਜਹਾਜ਼ ਲੋਕਾਂ ਨੂੰ ਮਲਾ, ਇਹ ਤੁਲਾ ਹੈ ਪਾਰ ਕਰਨ ਵਾਲਾ। ਫਿਰ ਬੇਨਤੀ ਸੁਣਿਓ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਜਗ ਤੁਲਹਾ ਭਾਰੀ। ਪ੍ਰੇਮ ਚਾਹ ਕੇ ਕਹਿੰਦੇ ਨੇ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ, ਮੈਂ ਤੇਰੇ ਤੋਂ ਕੁਰਬਾਨ ਜਾਨਾ। ਹੁਣ ਦੇਖਿਓ ਉਹ ਕਵਿਤਾ ਕਰਦੇ ਸਨ,
भाई साहब भाई फेरू जी, कविता भी एक रब की दात है ना। जदों महाराज जी ने कहे, उन्हें सामने खलो के जिहड़े बचन को सुनने वाले ने कहन लगे, साडे सज्जना जी सानू तेरी मणी, क्योंकि अगे आना संतां नूं तेरा ही मान है। भाई फेरू कहंदे ने, सतगुरु साडे सज्जना जी सानू तेरी मणी, निमाणियां दा तू मान सदावें, साडी पीतांग तणी, तैं जिहा सानू होर ना कोई, असी ढूंढी बणी बणी, फेरू जान सज्जण तो वारी, वारी तां भली बणी। मालका तेरे तो बिना साडा कोई नहीं, तू ही मुहब्बत है। दूसरा उन्होंने जिहड़ा उन्हां दा शब्द एक कविता है, कहंदे ने, माए नी माए मेरियां कौन कत्ते खुण पूणियां, सुध बिसरी मेरी मत बोरानी, प्रीतम प्रेम चिन्हूणियां, न्यों लगा जिन अंतर हर प्रीत है, न्यों लगा लग टुटदा नहीं, सौ बाजों गल्लां ऊणियां, फेरू महाराज कहंदे ने, जिउंदियां नौ विसरा नहीं, मोया पी दूनी चाउणियां। ये प्यार जिहड़ा है अंतर वाला, ये केवल जिस्म करके नहीं, ये इश्क हकीकी है। गुरु जी कहते हैं, जिन अंतर हर हर प्रीत है, ते जन सुगड़ सियाणे राम राजे, जे बाहरों भुल चुक बोल दे। सिमरन भज्या होया बंदा जे गलत भी बोल जाए बाहरों, वो जान बुझ के नहीं बोल रहा, बाहरों भुल चुक मान लो कोई शब्द तो चंगा नहीं निकलिया, तो जिमें अजकल गल का पीण पा के बह जाते हैं, महाराज नहीं पीण पाते इस तरह। पीण लफ्ज भी मेरा ख्याल नहीं पता लगना भी पीण किनू कहते, गिला पीण, सुक्का पीण, दाने पीण लग्या जो हुंदा सी, जेड़े दाने पीए जाते सकाए उन्होंने पीण कहते सन। महाराज कहते गिला पैण पीण जिहड़ा आटा ही नहीं निकलता, एवें पुड़ना लगा रहिंदा है। इत्थे गुरु जी कहते जे मान लो वो प्यार वाला भुल चुक भी बोल जाए, गुरु ये नहीं कहता चल मेरे घरों बाहर। कई बारी आपां देखो पाठ करने आ, कीर्तन करने आ, सच एवे अंदर प्रीत होवे बंदे नूं कई बारी लफ्ज़ां दा चेते नहीं रहिंदा। जदों प्यार होवे लफ्ज़ चेते नहीं रहिंदे। मैनूं याद है, बीबी ताबो कीरतपुर वाली नाले लंगर छकाई जाए, नाले कही जाए कि तू पापी मैं बख्शणहार, तू मैं पापी। उन्होंने ये ही नहीं पता भी मैं कहना भी तू बख्शणहार मैं पापी। नहीं प्यारिओ, प्रेम च भिज्जा होया अंदर कई बारी लफ्ज़ां नूं भुल जांदा है बोलना, क्योंकि वह अंदर संबंध इन्ना को बन जाता है। महाराज कहते जे बाहरों भुल चुक बोलते भी खरे हर भाने, वो तां भी खरे ने, हरी नूं पा गए, हर संतां नूं होर थां नाहे। इहो जिहा प्यार करन वालियां दी होर कोई थां नहीं। कहते तू ही तां टिकाणा, तेरे तो बिना कित्थे जाना। हर संतां नूं होर थां नहीं, कोई होर थां नहीं। हर मान निमाणे, उन्हां माणिया निमाणिया दा मान ही केवल प्रभु है। संत जनां दा होर किहड़ी थां। ताई तो कहंदे ने, किसी ही कोई कोए मंझ निमाणी एक तू। किसे दा कोई मेरे गरीब दा ते तू ही है ना। ऐसी लाल तुझ बिन कौन करे, संतां नूं होर थां नहीं। ऐसी लाल तुझ बिन कौन करे, गरीब निवाज गुसाइयां मेरा मत है छतर धरै, तेरे तो बिना साडा कौन है। हर जियो निमाणिया तू मान, हर संतां नूं होर थां नहीं। उन्हां दा कोई मान नहीं, कोई सन्मान नहीं, उन्हां दा मान सन्मान केवल परमात्मा है। होर संतां नूं महाराज कहंदे ने, हर संतां नूं होर थां नहीं, कोई होर थां नहीं है। हर मान निवाणे, महाराज कहंदे ने, जन नानक नाम दीवान है। दास नानक धन गुरु रामदास कहंदे ने, फरियाद दीवान जिहड़े ने फरियाद पहुँचाते अगे। हाकम अगे मर्ज की दीवान दा अर्थ सभा, दीवान दा अर्थ कचहरी, दीवान दा अर्थ ये भी है जिहड़ा फरियाद अगे पहुँचाए दीवान। कहंदे ने वाहिगुरू साडा दीवान तां नाम ही है, साडी फरियाद तां नाम तक ही है। तेरा नाम प्रेम च भिज के जपांगे, बस इस नाम ने अगे पहुँचा देनी गल। महाराज कहंदे जन नानक नाम दीवान है, हर ताण सताणे, उन्होंने खरी दा ताण है। तो ये ताण झूठा नहीं, सताणे ताण सहित, ये बल सहित है। इहो जिहे ताण वाले फिर कहंदे आ कि घर बाहर तेरा परभाषा, तू जन कै है संग, कर कृपा प्रीतम प्रभ अपने, नाम जपूं हर रंग। प्रभ को जन को प्रभ अपने का ताण, जन को प्रभ अपने का ताण, जो तू करें करावें स्वामी सा मसलत परवान। जिस दा साहिब डाढ़ा होए हर ताण सताणे। महाराज अखीर ते अज बचन कर रहे आ कि परमात्मा
जिस दा साहिब डाडा होए तिसनू मार ना सकै कोई। साहिब की सेवक रह शरनाई आपे बख्शे दे वड्याई। तिस ते ऊपर नाही कोई हर तान सताने। वो ताकत वाला तिस ते ऊपर नाही कोई कौन डरे डर किसका होए। इस पदे विच सतगुरु ने अंतरप्रीत दी गल, सियाणे दी गल, घड़े कोई जीवन दी गल, निमाणियां नू मान देण वाले दी गल, सच एवे कि ताणियां दा सतान बन दी गल हजूर सच्चे पातशाह जी ने कीती है। इन्नियां को बेनतियां स्वीकार करियो।